ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 301 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਜੀ। 301 ਚੌਥੀ ਜਿਹੜੀ ਪੌੜੀ ਹੈਗੀ ਗੌੜੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ ਗੁਰੂ ਰਾਮਦਾਸ ਜੀ ਦੀ ਵਾਰ ਉਹ ਲੈ ਰਹੇ ਹਾਂ। ਸ਼ਲੋਕ ਵੀ ਉਹਨਾਂ ਦਾ ਹੀ ਹੈਗਾ। 2 ਲਾਈਨਾਂ ਦਾ ਸ਼ਲੋਕ ਹੈ। ਸ਼ਲੋਕ ਜਿਹੜੇ ਹੁੰਦੇ ਬਾਣੀ ਦੇ ਵਿੱਚ ਜਿਹੜਾ ਹੁੰਦਾ, ਬਾਣੀ ਦੇ ਵਿੱਚ ਸ਼ਬਦ ਹੁੰਦੇ ਆ, ਸ਼ਬਦ ਦੇ ਵਿੱਚ ਰਹਾਉ ਹੁੰਦਾ ਹੈ। ਇੱਕ ਰਹਾਉ ਵੀ ਹੁੰਦਾ, 2 ਵੀ ਹੁੰਦੇ, 4 ਰਹਾਉ ਵੀ ਹੁੰਦੇ ਆ। ਰਹਾਉ ਦਾ ਮਤਲਬ ਹੈ ਉਹ ਜਿਹੜੇ ਘਰ ਦੇ ਵਿੱਚ ਬਾਣੀ ਆ ਉਸ ਘਰ ਦੇ ਵਿੱਚ ਰਹਾਉ ਨਹੀਂ ਹੁੰਦਾ। ਰਹਾਉ ਦੇ ਵਿੱਚ ਮਹਾਰਾਜ ਨੇ ਜਿਹੜਾ ਹੈਗਾ ਬਾਣੀ ਦਾ ਭਾਵਾਰਥ ਦੇਣਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਇਹ ਬਾਣੀ, ਇਹ ਰਹਾਉ ਜਿਹੜਾ ਹੈਗਾ ਇਹ ਰਿਹਾ ਹੋਇਆ ਆ ਔਰ ਇਸ 'ਤੇ ਰੁਕ ਕੇ ਔਰ ਇਹਨੂੰ ਇਹ ਪਹਿਲਾਂ ਇਹ ਰਹਾਉ ਕੀ ਕਹਿ ਰਿਹਾ, ਇਹਦੇ ਜਿਹੜੇ ਹੈਗੇ ਇਹਨੂੰ ਚੰਗੀ ਤਰ੍ਹਾਂ ਵਿਚਾਰ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਸ਼ਬਦ ਜਿਹੜਾ ਹੈ ਪਹਿਲਾ, ਉਸ ਤੋਂ ਬਾਅਦ ਪਹਿਲਾ ਬੰਦ ਹੁੰਦਾ ਹੈ। ਪਹਿਲਾ ਬੰਦ ਅਤੇ ਰਹਾਉ ਦੋਨੋਂ ਮਿਲ ਕੇ ਜਿਹੜੇ ਹੈਗੇ ਸ਼ਬਦ ਦਾ ਭਾਵ ਪੂਰਾ ਦਾ ਪੂਰਾ ਸਪਸ਼ਟ ਕਰ ਦਿੰਦੇ ਆ। ਔਰ ਫਿਰ ਉਸ ਤੋਂ ਬਾਅਦ ਮਹਾਰਾਜ ਜਿਹੜੇ ਹੈਗੇ ਐਗਜ਼ਾਮਪਲ ਦੇ ਕੇ ਜਿਹੜੇ ਹੈਗੇ ਆਪਾਂ ਨੂੰ ਉਦਾਹਰਣ ਦੇ ਕੇ ਉਹ ਸ਼ਬਦ ਨੂੰ ਪੂਰਾ ਜਿਹੜਾ ਹੈਗਾ ਉਹਨੂੰ ਕਲੈਰੀਫਾਈ ਕਰਦੇ, ਉਹਦਾ ਗਿਆਨ ਆਪਾਂ ਨੂੰ ਦਿੰਦੇ ਆ। ਔਰ ਸ਼ਲੋਕ ਜਿਹੜਾ ਹੁੰਦਾ ਉਹਦੇ ਵਿੱਚ 2 ਲਾਈਨਾਂ ਦਾ, 4 ਲਾਈਨਾਂ ਦਾ, 6 ਲਾਈਨਾਂ ਦਾ ਸ਼ਲੋਕ ਹੁੰਦਾ ਹੈ। ਉਹਦੇ ਵਿੱਚ ਜਿਹੜਾ ਹੈਗਾ ਭਾਵਾਰਥ ਜਿਹੜਾ ਹੈਗਾ ਲੇਥੂ ਪੇਥੂ ਹੁੰਦਾ ਹੈ। ਉਹਨੂੰ ਆਪਾਂ ਨੇ ਜਿਹੜਾ ਬੁੱਝਣਾ ਹੁੰਦਾ ਹੈ, ਇੱਕ ਅੱਖਰ ਦੇਖ ਕੇ ਜਿਹੜਾ ਹੈਗਾ ਔਰ ਪੂਰਾ ਉਹ ਸ਼ਲੋਕ ਕੀ ਕਹਿਣਾ ਚਾਹੁੰਦਾ ਹੈ ਮਹਾਰਾਜ, ਜਿਹੜੇ ਸ਼ਲੋਕ ਦੇ ਵਿੱਚ ਉਹ ਭਾਵ ਉਹਦੇ ਵਿੱਚੋਂ ਕੱਢਣਾ ਪੈਂਦਾ ਹੈ। ਔਰ ਪੌੜੀ ਜਿਹੜੀ ਹੁੰਦੀ ਹੈ, ਪੌੜੀ ਦੇ ਵਿੱਚ ਜਨਰਲੀ ਜਿਹੜੀ ਹੈਗੀ ਪੌੜੀ ਦੀ ਆਖਰੀ ਲਾਈਨ ਹੋਏ ਜਾਂ ਸ਼ੁਰੂ ਦੀ ਲਾਈਨ ਹੋਏ, ਉਹਦੇ ਵਿੱਚ ਜਿਹੜਾ ਹੈਗਾ ਉਹਦਾ ਥੋੜ੍ਹਾ ਜਿਹਾ ਭਾਵ ਜਿਹੜਾ ਹੈਗਾ ਸਪਸ਼ਟ ਹੋ ਜਾਂਦਾ ਹੈ। ਸ਼ਲੋਕ ਮਹੱਲਾ ਚੌਥਾ। ਮੈਂ ਮਨ ਤਨੇ ਪ੍ਰੇਮ ਪਿਰਮ ਕਾ 8 ਪਹਿਰ ਲਗਨ। ਮੈਂ ਮਨ ਤਨੇ ਪ੍ਰੇਮ ਪਿਰਮ ਕਾ 8 ਪਹਿਰ ਲਗਨ। ਕਿ ਮੇਰੇ ਮਨ ਦੇ ਵਿੱਚ ਵੀ ਔਰ ਮੇਰਾ ਤਨ ਦੇ ਵਿੱਚ ਵੀ ਉਹ ਮਾਲਕ ਪਰਮਾਤਮਾ ਦਾ ਪਿਆਰ ਜਿਹੜਾ ਹੈਗਾ 8 ਪਹਿਰ ਮੇਰੇ ਮਨ ਅਤੇ ਤਨ ਦੇ ਵਿੱਚ ਮਾਲਕ ਦਾ ਪਿਆਰ ਜਿਹੜਾ ਹੈਗਾ ਬਣ ਜਾਏ ਮੇਰੇ ਅੰਦਰ। ਐਸਾ ਮੇਰੇ ਜਿਹੜਾ ਹੈਗਾ ਮੇਰਾ ਜੀਵਨ ਐਸਾ ਹੋ ਜਾਏ। ਤਨ ਕੀ ਹੈ? ਤਨ ਹੈ ਆਪਣੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ। ਕਹਿੰਦੇ ਮੇਰਾ ਸਰੀਰ ਵੀ ਮੇਰਾ ਸਹਾਇਤਾ ਕਰੇ। ਇਹ ਮੇਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਮੈਨੂੰ ਜਿਹੜੀਆਂ ਹੈਗੀਆਂ ਬਾਹਰ ਮੁਖੀ ਨਾ ਕਰਨ, ਮੈਨੂੰ ਬਾਹਰ ਨੂੰ ਨਾ ਲੈ ਕੇ ਜਾਣ। ਇਹ ਵੀ ਮੇਰੇ ਅੰਦਰ ਜਿਹੜੀ ਹੈਗੀ ਧਿਆਨ ਸਿਮਰਨ ਦੇ ਵਿੱਚ ਜਿਹੜੀ ਹੈਗੀ ਮੇਰੀ ਮਦਦ ਕਰਨ। ਮੈਂ ਮਨ ਤਨੇ ਪ੍ਰੇਮ ਪਿਰਮ ਕਾ 8 ਪਹਿਰ ਲਗਨ। ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖੇ ਵਸਨ। ਹੇ ਮੇਰੇ ਮਾਲਕਾ, ਮੇਰੇ ਉੱਤੇ ਆ ਕਿਰਪਾ ਕਰ ਦੇ। ਮੈਂ ਜਿਹੜਾ ਹੈਗਾ ਗੁਰੂ ਦੀ ਬਖਸ਼ੀ ਹੋਏ ਜਿਹੜੇ ਰਸਤੇ ਦੇ ਉੱਤੇ ਜਿਹੜਾ ਹੈਗਾ ਤੁਰ ਕੇ ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨ ਲੈ ਕੇ ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਮੈਂ ਸੁੱਖ ਦੇ ਵਿੱਚ ਵਸ ਜਾਵਾਂ। ਮੇਰੇ ਮਨ ਔਰ ਤਨ ਦੇ ਵਿੱਚ ਜਿਹੜਾ ਹੈਗਾ ਤੇਰਾ ਪਿਆਰ ਜਿਹੜਾ ਹੈਗਾ 8 ਪਹਿਰ ਘਰ ਜਾਏ। ਇਹ ਗੁਰਕੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह। निजा साहब ਹਾਂਜੀ ਆਪ ਕੰਟੀਨਿਊ ਕਰੋ, ਮੈਂ ਸੁਣ ਰਿਹਾ। ਹਾਂਜੀ 301 ਅੰਗ ਦੇ ਉੱਤੇ ਹੈ। ਚੌਥੀ ਪਾਤਸ਼ਾਹੀ ਮਹਾਰਾਜ ਦੇ ਅੱਗੇ ਬੇਨਤੀ ਕਰ ਰਹੇ ਆ ਕਿ ਮੈਂ ਮਨ ਤਨੇ ਪ੍ਰੇਮ ਪਿਰਮ ਕਾ 8 ਪਹਿਰ ਲਗਨ। ਮੇਰੇ ਮਾਲਕਾ ਮੇਰੇ ਉੱਤੇ ਕਿਰਪਾ ਕਰ ਵੀ ਮੈਨੂੰ ਤੇਰਾ ਪਿਆਰ ਜਿਹੜਾ ਹੈਗਾ ਨਾ ਮੇਰੇ ਮਨ ਦੇ ਵਿੱਚ ਵੀ ਔਰ ਮੇਰੇ ਤਨ ਦੇ ਵਿੱਚ ਵੀ ਤੇਰਾ ਪਿਆਰ ਜਿਹੜਾ ਹੈ ਨਾ ਇਹ ਖਿੱਚ ਜਿਹੜੀ ਹੈਗੀ 8 ਪਹਿਰ ਹਮੇਸ਼ਾ ਹੀ ਲੱਗੀ ਰਹੇ। ਤੇਰੇ ਵੱਲ ਨੂੰ ਜਿਹੜਾ ਹੈਗਾ ਮੇਰਾ ਧਿਆਨ ਹਰ ਟਾਈਮ ਮੈਨੂੰ ਅਤੇ ਤੂੰ ਮੇਰੇ ਧਿਆਨ ਦੇ ਵਿੱਚ ਰਹੇ। ਜਨ ਨਾਨਕ ਕਿਰਪਾ ਧਾਰ ਪ੍ਰਭ। ਮੇਰੇ ਉੱਤੇ ਕਿਰਪਾ ਕਰ ਮਾਲਕਾ, ਮੇਰੇ ਉੱਤੇ ਕਿਰਪਾ ਕਰ। ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖੇ ਵਸਨ। ਕਹਿੰਦੇ ਪ੍ਰੇਮ ਕਿਵੇਂ ਲੱਗ ਸਕਦਾ ਹੈ? ਫਿਰ ਬ੍ਰਹਮ ਗਿਆਨ ਲੈਣਾ ਪਊਗਾ। ਬ੍ਰਹਮ ਗਿਆਨ ਨੇ ਇਹੀ ਕਰਨਾ ਆ। ਸਤਿਗੁਰੂ ਨੇ ਇਹੀ ਕਰਨਾ ਹੈ, ਬ੍ਰਹਮ ਗਿਆਨੀ ਨੇ ਇਹੀ ਕਰਨਾ ਹੈ, ਸਾਧ ਸੰਗਤ ਨੇ ਆਹੀ ਕਰਨਾ ਹੈ ਭਾਈ, ਕਿ ਮਾਲਕ ਪਰਮਾਤਮਾ ਦਾ ਪਿਆਰ ਆਪਣੇ ਅੰਦਰ ਪਾ ਦੇਣਾ, ਵਧਾਈ ਜਾਣਾ ਇਸ ਪਿਆਰ ਨੂੰ। ਬਸ ਜੇ ਪਿਆਰ ਹੋ ਗਿਆ ਅਤੇ ਫਿਰ ਆਪਣਾ ਜਿਹੜਾ ਹੈਗਾ ਧਿਆਨ ਲੱਗ ਗਿਆ ਭਾਈ, ਫਿਰ ਗੱਲ ਬਣ ਗਈ। ਹਾਂਜੀ ਵੀਰ ਜੀ।
ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿ ਰਹੇ ਨੇ ਮਨ ਤਨ ਰੱਤਾ नहीं है ना? मैं मन तन प्रेम पिरम का अठे पहर लगन। ਉਹ ਥੱਲੇ ਸੌਰੀ। ਹਾਂ ਮੈਂ ਮਨ ਤਨ ਪ੍ਰੇਮ ਪਿਰਮ ਕਾ ਅਠੇ ਪੈਰ ਲਗਨ। ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ। ਠੀਕ ਹੈ ਜੀ। ਉਹ ਕੀ ਬੇਨਤੀ ਕਰ ਰਿਹਾ? ਮੈਂ ਮਨ ਤਨ ਪ੍ਰੇਮ ਪਿਰਮ ਕਾ ਮਤਲਬ परमात्मा दा प्रेम मतलब प्यार, पर पिरम मतलब परमात्मा ਜਿਹਦੇ ਨਾਲ ਪਿਆਰ ਕਰਨਾ ਹੈ। ਬਿਲਕੁਲ ਸਹੀ ਹੈ ਜੀ। ਅਠੇ ਪੈਰ ਲਗਨ ਜਿਹੜੀ ਹੈ ਲੱਗੀ ਰਹਿੰਦੀ ਹੈ। ਜਦੋਂ ਤੁਸੀਂ ਆਤਮਾ ਤੱਤ ਚ ਲੀਨ ਹੋ ਗਏ ਨਾ ਤੇ ਫਿਰ ਤੁਹਾਨੂੰ ਲਗਨ ਲਗਾਉਣ ਦੀ ਜ਼ਰੂਰਤ ਨਹੀਂ ਹੈ। ਇੱਕ ਚੀਜ਼ ਨੂੰ ਆਪਸ ਅੰਡਰਸਟੈਂਡ ਕਰੋ। ਸ਼ੁਰੂ ਚ ਤੁਹਾਨੂੰ ਭਗਤੀ ਕਰਨ ਦੀ ਲੋੜ ਪੈਣੀ ਹੈ। ਸ਼ੁਰੂ ਚ ਆਪਾਂ ਨੂੰ ਗਿਆਨ ਦੀ ਵੀ ਲੋੜ ਪੈਣੀ ਹੈ। ਹਾਂ ਗਿਆਨ ਦੀ ਲੋੜ ਪੈਣੀ ਹੈ। ਔਰ ਗਿਆਨ ਦੇ ਵਿੱਚ ਤੁਹਾਡੀ ਨੀਅਤ ਬੜੀ ਜ਼ਰੂਰੀ ਹੈ। ਦੇਖੋ ਨੀਅਤ ਜਿਹੜੀ ਬੰਦੇ ਦੀ ਹੁੰਦੀ ਹੈ ਨਾ, ਮੈਂ ਅੱਜ ਵੈਸੇ ਆਪਣੀ ਮੈਂ ਘਰ ਦੀ ਨੂੰ ਸਮਝਾਉਣ ਡਿਆ ਸਾਂ ਕਿ ਜੇਕਰ ਇਨਸਾਨ ਦੀ ਨੀਅਤ ਚੰਗੀ ਹੈ ਨਾ ਔਰ ਕੋਈ ਕੰਮ ਕਰਦਾ ਹੈ, ਉਹ ਚੀਜ਼ ਨੇ ਫਲੀਭੂਤ ਹੋਣਾ ਹੈ। ਬਿਲਕੁਲ ਸਹੀ ਗੱਲ ਹੈ। ਜੇਕਰ ਤੁਹਾਡੀ ਨੀਅਤ ਬਦਨੀਅਤ ਹੈ ਤੇ ਤੁਸੀਂ ਚਾਹੇ ਦਾਨ ਕਰਦੇ ਜੋ, ਚਾਹੇ ਕੁਛ ਵੀ ਕਰ ਰਹੇ ਜੋ, ਧਾਰਮਿਕ ਕੰਮ ਵੀ ਕਰ ਰਹੇ ਜੋ, ਉਹ ਜ਼ਹਿਰ ਹੈ। ਉਹਦਾ ਆਊਟਪੁੱਟ ਵਧੀਆ ਨਹੀਂ ਹੈ। ਨੀਅਤ ਦਾ ਮਤਲਬ ਤੁਹਾਡੀ ਭਾਵਨਾ ਕੀ ਹੈ। ਬਾਣੀ ਚ ਵੀ ਲਿਖਿਆ ਹੈ ਭਾਵਨਾ ਜੇ ਭਾਉ ਰੱਖੇ ਤੇ ਕੌਡੀ, ਏਦਾਂ ਦੀ ਲਿਖਿਆ, ਕੌਡੀ ਦੀ ਮਨਜ਼ੂਰ ਹੈ। ਬਿਲਕੁਲ। ਕਿਉਂਕਿ ਪਾਵਨੀ ਭਗਤ ਕੌਡੀ ਅਗਰ ਭਾਗ ਰੱਖੇ ਸਤਿਗੁਰ ਕੋਟ ਨਿਧਾਨ, ਉਹ ਕਰੋੜਾਂ ਨਿਧਾਨ ਦੇ ਦੇਤਾ ਹੈ। ਗੱਲ ਸਮਝ ਗਏ ਨਾ? ਉਹ ਉੱਥੇ ਕੁਆਂਟੀਟੀ ਦਾ ਮੈਟਰ ਨਹੀਂ ਕਰਦੇ। ਉਹ ਕਹਿੰਦੇ ਤੇਰੀ ਭਾਵਨਾ ਕੀ ਹੈ। ਹੁਣ ਇੱਕ ਡਾਕਟਰ ਹੈ, ਉਹਦੇ ਕੋਲ ਮਰੀਜ਼ ਆਇਆ। ਹੁਣ ਡਾਕਟਰ ਦੀ ਨੀਅਤ ਕੀ ਹੈ? ਉਹਨੂੰ ਠੀਕ ਕਰਨਾ ਚਾਹੁੰਦਾ ਜਾਂ ਤੋਂ ਮਲਾਈ ਲਾਉਣਾ ਚਾਹੁੰਦਾ? ਇੱਥੇ ਗੜਬੜ ਹੋ ਜਾਣੀ ਆ। ਬਿਲਕੁਲ। ਜੇ ਉਹ ਸਹੀ ਕਰਨਾ ਚਾਹੁੰਦਾ, ਨੀਅਤ ਸਹੀ ਆ, ਉਹ ਫੀਸ ਲੈਂਦਾ ਤੇ ਕੋਈ ਪਾਪ ਨਹੀਂ ਆ। ਤੇ ਜੇ ਉਹ ਚੰਗੀ ਨੀਅਤ ਦੀ ਜਗ੍ਹਾ ਬਦਨੀਅਤ ਹੋ ਗਈ ਹੈ, ਉਹ ਚਾਹੁੰਦਾ ਹੈ ਕਿ ਹੁਣ ਆਇਆ ਹੈ ਤੇ ਇਹਨੂੰ ਹੁਣ ਛਿੱਲ ਲਈਏ, ਫਿਰ ਉਹ ਕਰਮ ਨੇ ਸੰਸਕਾਰ ਬਣ ਜਾਣਾ। ਬਿਲਕੁਲ ਬਣ ਜਾਣਾ। ਡਾਕਟਰ ਨੇ ਜਿਹੜਾ ਹੈਗਾ ਪੂਰਾ ਦੱਸ ਦੇਣਾ ਵੀ ਤੈਨੂੰ ਤਾਂ ਆ ਵੀ ਬਿਮਾਰੀ ਹੈ ਭਾਈ, ਤੈਨੂੰ ਆ ਵੀ ਹੈਗੀ ਆ। ਉਹ ਦੋ ਚਾਰ ਸੀਰੀਅਸ ਗਣਾ ਦੇਣੀ ਹੈ ਬਈ ਇਹਦੇ ਲਈ ਆਹ ਸਕੈਨ ਕਰਾ, ਇਹਦੇ ਲਈ ਇੱਥੇ ਕਰਾ, ਹਰੇਕ ਜਗ੍ਹਾ ਤੇ ਉਹਦਾ ਫੀਸ ਬੰਨੀ ਹੁੰਦੀ ਹੈ। 4 ਸਪੇਰੇ ਉਹਨੇ ਘੁਮਾਉਣਾ ਤੇ ਫਿਰ ਗੜਬੜ ਹੋ ਜਾਏਗੀ, ਫਿਰ ਬੜੀ ਪ੍ਰੋਬਲਮ ਹੋ ਜਾਏਗੀ। ਤੇ ਇੱਥੇ ਇੱਕ ਚੀਜ਼ ਨੂੰ ਆਪ ਸਮਝੋ। ਉਹ ਕਹਿੰਦੇ ਮੈਂ ਮਨ ਤਨ ਪ੍ਰੇਮ ਪਰਮ ਕਾ ਅਠੇ ਪੈਰ ਲਗਨ। ਲਗਨ ਦਾ ਮਤਲਬ ਇੱਥੇ ਤੁਹਾਡੀ ਨੀਅਤ ਹੈ। ਜੇਕਰ ਸਾਡੀ ਨੀਅਤ ਨਹੀਂ ਆ ਤੇ ਫਿਰ ਲਗਨ ਅਠੇ ਪੈਰ ਕਿੱਥੋਂ ਲੱਗਣੀ ਹੈ? ਤੁਸੀਂ ਕੋਈ ਵੀ ਕੰਮ ਕਰੋ, ਤੁਹਾਡੀ ਲਗਨ ਆਪਣੇ ਆਪ ਹੀ ਨੀਅਤ ਦੇ ਉੱਤੇ ਡਿਪੈਂਡ ਆ। ਜੇਕਰ ਤੁਹਾਡੀ ਨੀਅਤ ਸੱਚੀ ਹੈ ਨਾ ਨਿੱਜਰ ਸਾਹਿਬ, ਤੁਹਾਡਾ ਚੱਲਣਾ, ਤੁਹਾਡਾ ਬਹਿਣਾ, ਤੁਹਾਡਾ ਬੋਲਣਾ, ਤੁਹਾਡਾ ਸੁਣਨਾ, ਇਹ ਸਭ ਉਹਦੀ ਭਗਤੀ ਹੈ। ਬਿਲਕੁਲ। ਔਰ ਜੇ ਮੇਰਾ ਉੱਥੇ ਅੰਤਰਾਕਰਨ, ਮੇਰੀ ਭਾਵਨਾ ਹੀ ਨਹੀਂ ਹੈਗੀ ਤੇ ਫਿਰ ਅਠੇ ਪੈਰ ਕਿੱਥੋਂ ਗੱਲ ਬਣੂਗੀ? ਉਹ ਤੇ ਫਿਰ ਹੋਇਆ ਕਿ 2-4 ਮਿੰਟ ਆਊਗੀ, ਫਿਰ ਚੱਲ ਜੂਗੀ, ਆਊਗੀ ਚਲੀ ਜਾਊਗੀ। ਸੋ ਇਹ ਜਿੰਨੀ ਵੀ ਆਪਾਂ ਭਗਤੀ ਕਰਦੇ ਪਏ ਆ, ਆਪਾਂ ਜੋ ਵੀ ਨਾਮ ਧਿਆਨ ਸਿਮਰਨ ਜਿੰਨੀ ਵੀ ਸੰਗਤ ਕਰ ਰਹੇ ਆ, ਇਹ ਕੇਵਲ ਸਾਡੀ ਨੀਅਤ ਨੂੰ ਸਹੀ ਕਰਨ ਵਾਸਤੇ ਹੈ। ਬਿਲਕੁਲ। ਔਰ ਪ੍ਰੀਤ ਜਿਹੜੀ ਹੈ ਨਾ, ਪ੍ਰੀਤ ਲਾਉਣੀ ਹੈ ਪਰਮਾਤਮਾ ਨੇ ਲਾਉਣੀ ਹੈ, ਔਰ ਲਾਉਣੀ ਪ੍ਰੀਤ ਆਪਣੀ ਨੀਅਤ ਨੂੰ ਲਾਉਣੀ ਹੈ। ਹਾਂਜੀ ਵੀਰ ਜੀ। ਹਾਂ, ਔਰ ਨੀਅਤ ਮਤਲਬ ਤੁਸੀਂ ਇਹ ਵੀ ਕਹਿ ਸਕਦੇ ਜੋ ਕਿ ਮੇਰੀ ਨੀਅਤ ਸਹੀ ਨਹੀਂ ਆ, ਮੈਨੂੰ ਵਧੀਆ ਨੀਅਤ ਦਿਓ। ਇਹ ਵੀ ਨਿਜਾ ਸਾਹਿਬ ਇਹ ਕਲੌਜ਼ ਹੈਗਾ। ਬਿਲਕੁਲ ਸਹੀ ਹੈ ਜੀ। ਬਾਣੀ ਚ ਲਿਖਿਆ ਜੋ ਮਾਂਗੇ ਠਾकुर से सही दे। हाँ, जो मांगे ठाकुर अपने ते सही देवे। बिल्कुल सोई देवे। जो तुसी जो मंगोगे मिलना होगा। ते जे तुसीं कहोगे कि मैं सही है, मेरी नीयत सही है, तो फिर वो मिलनी थोड़ी है। उन्हें कहना तू मंगे ही नहीं, तेरे को है नहीं सी, पर तू क्लेम कर लिया। हाँ, बाणी कहती देखो, चौथी पातशाही कहती मैं मूर्ख की गत कीजे मेरे राम, गुर सतगुर सेवा लाए हम काम। ਮੂਰਖ ਕਹਿ ਰਹੇ ਮਹਾਰਾਜ। ਆਪਣੇ ਆਪ ਨੂੰ ਕਹਿ ਰਹੇ ਨੇ। ਮੂਰਖ ਦਾ ਮਤਲਬ ਕੀ ਹੈ? ਉਹਨਾਂ ਨੂੰ ਪਤਾ ਹੈ ਕੁਛ, ਤਾਂ ਹੀ ਉਹ ਆਪਣੇ ਆਪ ਨੂੰ ਮੂਰਖ ਕਹਿ ਰਹੇ। ਸੁਕਰਾਤ ਕਹਿ ਰਿਹਾ ਕਿ ਮੈਂ ਜੋ ਲਿਖਿਆ, ਮੈਂ ਜੋ ਬੋਲਿਆ ਸਭ ਝੂਠ ਹੈ
ਤੇ ਸੰਸਾਰੀ ਲੋਕ ਕਹਿੰਦੇ ਆ ਕਿ ਸੁਕਰਾਤ ਮੂਰਖ ਹੋ ਗਿਆ, ਪਰ ਜਿਹੜੇ ਸਿਆਣੇ ਸਨ ਉਹ ਕਹਿੰਦੇ ਸੁਕਰਾਤ ਹੋਰ ਸਿਆਣਾ ਹੋ ਗਿਆ, ਕਿਉਂਕਿ ਉਹਨੂੰ ਪਤਾ ਲੱਗ ਗਿਆ। ਵੈਸੇ ਅਸਲ ਚ ਤੇ ਜਾਣ ਤੇ ਕੋਈ ਵੀ ਨਹੀਂ ਸਕਦਾ, ਆਖਰ ਚ ਅਸੀਂ ਵੀ ਨਹੀਂ ਕਲੇਮ ਕਰ ਸਕਦੇ ਨਾ, ਕਿਉਂਕਿ ਉਹ ਜਿਹੜਾ ਜਾਣਿਆ ਤੁਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ। ਹਾਊ ਯੂ ਕੈਨ ਕਲੇਮ? ਤੁਸੀਂ ਮਿੱਠੇ ਨੂੰ ਕਲੇਮ ਕਰ ਸਕਦੇ ਜੋ ਕਿ ਮੈਂ ਮਿੱਠੇ ਨੂੰ ਜਾਣ ਲਿਆ, ਤੁਸੀਂ ਉਹਨੂੰ ਅਨੁਭਵ ਕਰ ਸਕਦੇ ਜੋ, ਤੇ ਮਿੱਠਾ ਕਹਿਣ ਦੇ ਨਾਲ ਗੱਲ ਖਤਮ ਨਹੀਂ ਹੋ ਜਾਂਦੀ, ਉਹਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਮਿੱਠਾ ਤੇ ਆਪਣੀ ਭਾਸ਼ਾ ਦੀ ਇੱਕ ਲੈਂਗੁਏਜ ਆ, ਆਪਾਂ ਕਹਿ ਦਿੰਦੇ ਹਾਂ ਗੱਲ ਕੀੜੀ ਹੈ ਜੀ, ਇਹ ਕੀ ਹੈ? ਕੱਢ ਹੈ, ਇਹ ਮੱਛੀ ਹੈ, ਤੇ ਕੀ ਮੱਛੀ ਕਹਿਣ ਦੇ ਨਾਲ ਗੱਲ ਖਤਮ ਹੋ ਗਈ? ਉਹਦੇ ਅੰਦਰ ਬੜਾ ਵੱਡਾ ਮੈਕੈਨਿਜ਼ਮ ਹੈ, ਉਹ ਕਿੱਦਾਂ ਚੱਲਦੀ ਹੈ, ਕੀ ਸਿਸਟਮ ਹੈ, ਉਹਦਾ ਫੂਡ ਪ੍ਰੋਸੈਸ ਕੀ ਹੈ, ਔਰ ਉਹ ਸਾਰਾ ਉਹ ਡਿਵੈਲਪ ਕਿੱਦਾਂ ਹੁੰਦੀ ਆ, ਉਹ ਬੜਾ ਕੁਛ ਉਹਦੇ ਅੰਦਰ, ਉਹ ਮੈਕੈਨਿਜ਼ਮ ਜੋ ਵੀ ਹੈਗਾ ਉਹ ਮੱਛੀ ਕਹਿਣ ਦੇ ਨਾਲ ਖਤਮ ਨਹੀਂ ਹੁੰਦਾ, ਉਹ ਤੇ ਬਹੁਤ ਡਿਟੇਲ 'ਚ ਉਹ ਚੀਜ਼ ਹੈਗੀ ਹੈ। ਠੀਕ ਹੈ ਜੀ, ਆਪਾਂ ਨੀਅਤ ਲਈ ਸਾਰਾ ਕੰਮ ਕਰਨਾ ਹੈ, ਤੇ ਅੱਠੇ ਪੈਰ ਉਦੋਂ ਰੰਗ ਚੜ ਗਿਆ ਸਮਝ ਲਓ ਜਦੋਂ ਤੁਹਾਡੀ ਨੀਅਤ ਸਹੀ ਹੋ ਗਈ। ਹੁਣ ਤੁਹਾਡੀ ਨੀਅਤ ਦੇ ਵਿੱਚ ਬਦਨੀਅਤ ਨਹੀਂ ਹੈ, ਤੇ ਇਸ ਕਰਕੇ ਤੁਸੀਂ ਜੋ ਵੀ ਕਰੋਗੇ ਉਹ ਮਨਜ਼ੂਰ ਹੈ। ਹਾਂਜੀ ਨਿਜਾ ਸਾਹਿਬ। ਅੱਗੇ ਇਹੀ ਗੱਲ ਮਹਾਰਾਜ ਚੌਥੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਮਹਲਾ ਚੌਥਾ, ਜਿਨ ਅੰਦਰ ਪ੍ਰੀਤ ਪਿਰਮ ਕੀ ਜਿਉਂ ਬੋਲਣ ਤਿਵੇਂ ਸੁਹਨ। ਲਓ, ਕਹਿੰਦੇ ਜਿਨ੍ਹਾਂ ਦੇ ਅੰਦਰ ਮਾਲਕ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ, ਕਹਿੰਦੇ ਜਿਵੇਂ ਵੀ ਬੋਲਦੇ ਆ, ਜੋ ਵੀ ਬੋਲਦੇ ਆ ਉਹ ਸੋਭਾ ਪਾਉਂਦੇ ਆ। ਕਹਿੰਦੇ ਮਾਲਕ ਮਨਜ਼ੂਰ ਕਰਦਾ ਹੈ ਉਹਨਾਂ ਨੂੰ, ਜੋ ਬੋਲਦੇ ਆ ਮਾਲਕ ਮਨਜ਼ੂਰ ਕਰਦਾ ਹੈ। ਨਾਨਕ ਹਰਿ ਆਪੇ ਜਾਣਦਾ, ਕਹਿੰਦੇ ਮਾਲਕ ਪਰਮਾਤਮਾ ਜਾਣਦਾ ਹੈ ਭਾਈ ਅੰਦਰ ਦੀ ਗੱਲ। ਜਿਹਨੇ ਲਾਈ ਪ੍ਰੀਤ ਪਿਰਨ, ਉਸ ਪਿਰੀ ਨੇ, ਪਰਮਾਤਮਾ ਨੇ ਉਹਨੇ ਹੀ ਪ੍ਰੀਤ ਲਾਈ ਆ, ਉਹ ਜਾਣਦਾ ਹੈ ਇਸ ਗੱਲ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਜਿਨ ਅੰਦਰ ਪ੍ਰੀਤ ਪਿਰਮ ਕੀ ਜਿਉਂ ਬੋਲਣ ਤਿਵੇਂ ਸੁਹਨ। ਮਤਲਬ ਜਿਵੇਂ ਉਹ ਬੋਲਦੇ ਆ ਤਿਵੇਂ ਉਹ ਚੰਗੇ ਲੱਗਦੇ ਆ, ਸੋਭਾ ਪਾਉਂਦੇ ਆ ਮਾਲਕ ਦੇ ਦਰ ਤੇ। ਹਾਂ, ਜਿਹਦੀ ਨੀਅਤ ਸਹੀ ਹੈ, ਜੋ ਬੋਲਦਾ ਤੇ ਸੋਭਾ ਤੇ ਪੈਣੀ, ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਬੰਦਾ ਹੈ। ਬਿਲਕੁਲ। ਉਹ ਕੋਈ ਛੱਪੜ ਦਾ ਡੱਡੂ ਨਹੀਂ ਆ, ਉਹ ਤੇ ਨਦੀ ਹੈ ਜਿਹਦਾ ਇੱਕ ਕਿਨਾਰਾ ਸੰਸਾਰ ਨਾਲ ਤੇ ਦੂਜਾ ਕਿਨਾਰਾ ਸਮੁੰਦਰ ਨਾਲ ਜੁੜਿਆ ਹੋਇਆ ਹੈ, ਉਹ ਨਦੀ। ਹਾਂ, ਇੱਕ ਕਿਨਾਰਾ ਸੰਸਾਰ ਨਾਲ, ਦੂਜਾ ਕਿਨਾਰਾ ਕਰਤਾਰ ਨਾਲ। ਹਾਂ, ਉਹ ਅਸੀਮ ਦੇ ਨਾਲ ਜੁੜੀ ਹੋਈ ਆ, ਅਨਟੱਚ ਕਨੈਕਸ਼ਨ। ਬਿਲਕੁਲ। ਤੇ ਜਦੋਂ ਅਨਟੱਚ ਕਨੈਕਸ਼ਨ ਹੈ, ਫਿਰ ਉਹਦੇ ਗੁਣ ਜਿਹੜੇ ਸਮੁੰਦਰ ਦੇ, ਉਹ ਅਨੁਭਵ, ਉਹ ਜੇ ਕੋਈ ਬੋਲਦੀ ਪਈ ਹੈ ਤਾਂ ਉਹ ਅਨੁਭਵ ਤੇ ਬੋਲ ਰਹੀ ਹੈ, ਕਿਉਂਕਿ ਉਹ ਜੁੜੀ ਹੋਈ ਉਹਦੇ ਨਾਲ। ਉਹਨੂੰ ਦੁਨੀਆ ਦੀ ਵੀ ਆਪਣੀਆਂ ਔਕੜਾਂ ਵੀ ਪਤਾ ਹੈ ਉਹਨੂੰ, ਔਰ ਮਾਲਕ ਪਰਮਾਤਮਾ ਤੱਕ ਕਿਵੇਂ ਜਾਣਾ ਹੈ, ਕਿੱਧਰ ਰਸਤੇ ਦੇ ਬਾਰੇ ਸਾਰਾ ਕੁਛ ਪਤਾ ਹੈ। ਹਾਂਜੀ ਵੀਰ ਜੀ। ਹਾਂ, ਕਿਉਂਕਿ ਉਹ ਆਲਰੇਡੀ ਸਫ਼ਰ ਪੂਰਾ ਕਰ ਲਿਆ। ਨਦੀ ਕਿਤੇ ਵੇਖਿਆ, ਨਦੀ ਕਿੱਦਾਂ ਚੱਲਦੀ, ਪ੍ਰਵਾਹ ਕਰਦੀ, ਰਾਤ ਦਿਨ ਤੁਰੀ ਜਾਂਦੀ। ਕਿਤੇ ਨਦੀ ਕੋ ਜਾਓ, ਜਾ ਕੇ 10 ਮਿੰਟ ਦੇਖੋ, ਤੁਰੀ ਜਾਂਦੀ। ਕਿਉਂਕਿ ਉਹਦਾ ਜਿਹੜਾ ਟਾਰਗੇਟ ਹੈ ਉਹ ਸਮੁੰਦਰ ਹੈ, ਔਰ ਉੱਥੇ ਉਹਨੇ ਲੀਨ ਹੋਣਾ ਹੈ। ਔਰ ਆਖਰ ਚ ਵੇਖੋ ਜਿਹੜੀ ਵੱਡੀਆਂ ਨਦੀਆਂ ਨੇ, ਜਿਹੜੀਆਂ ਗੰਗਾ ਜਮਨਾ ਜੋ ਵੀ ਹੈ, ਕਹਿੰਦੇ ਉਹ ਐਡੀਆਂ ਚੌੜੀਆਂ ਹੋ ਜਾਂਦੀਆਂ, ਇੱਕ ਸਮੁੰਦਰ ਹੀ ਬਣ ਜਾਂਦੀਆਂ ਨੇ ਜੀ ਸਾਹਿਬ, ਐਡੀਆਂ ਚੌੜੀਆਂ ਹੋ ਜਾਂਦੀਆਂ, ਐਡੇ ਵੱਡੇ ਰੂਪ ਹੋ ਜਾਂਦੇ ਇਹਨਾਂ ਦੇ। ਸੋ ਇਹ ਗੱਲਬਾਤ ਹੈ। ਠੀਕ ਆ, ਜਦੋਂ ਪਰਮਾਤਮਾ ਦੀ ਪ੍ਰੀਤ ਆ ਗਈ ਤੇ ਫਿਰ ਜਦੋਂ ਉਹ ਬੋਲਦੇ ਆ ਉਹ ਬੜੇ ਚੰਗੇ ਲੱਗਦੇ ਆ। ਕਿਉਂ ਚੰਗੇ ਲੱਗਦੇ ਆ? ਕਿਉਂਕਿ ਉਹਨਾਂ ਨੇ ਉਸ ਸੁਗੰਧ ਨੂੰ ਅਨੁਭਵ ਕੀਤਾ ਹੈ। ਔਰ ਉਹੀ ਸੁਗੰਧ ਫੈਲਾਉਣੀ ਆ ਉਹਨਾਂ ਨੇ। ਹਾਂ, ਉਹ ਬੋਲਣਗੇ ਕਿਉਂਕਿ ਉਹ ਅਨੁਭਵ ਕਰ ਲਿਆ ਉਹਨਾਂ ਨੇ, ਤਾਂ ਹੀ ਤੇ ਬੋਲ ਰਹੇ ਵਿਚਾਰੇ। ਬਾਣੀ ਤੇ ਕਹਿੰਦੀ ਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਸੰਤ ਸਾਰੇ ਕਹਿੰਦੇ ਆ ਕਿ ਉਹਦਾ ਰੂਪ ਨਹੀਂ ਆ, ਰੰਗ ਨਹੀਂ ਆ, ਰੇਖ ਨਹੀਂ ਆ, ਪਰ ਇਹਦੇ ਬਾਵਜੂਦ ਹੀ ਵੇਖੋ ਕਿੰਨਾ ਬੋਲੇ ਆ। ਕਿੱਡਾ ਵੱਡਾ ਗੁਰੂ ਗ੍ਰੰਥ ਸਾਹਿਬ ਲਿਖਤਾ। ਇਹ ਪਤਾ ਵੀ ਹੈਗਾ ਵਾ ਕਿ ਨਹੀਂ ਬੋਲਿਆ ਜਾ ਸਕਦਾ, ਅੱਖਾਂ ਚ ਉਹਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਇਹਦੇ ਬਾਵਜੂਦ ਵੀ ਕਿੰਨੀ ਬਾਣੀ ਉਚਾਰਨ ਕਰਕੇ ਗਏ ਨੇ ਉਹ। ਕਿਉਂ? ਕਿਉਂਕਿ ਸੰਸਾਰ ਦਾ ਜਿਹੜਾ ਬੰਦਾ ਹੈ ਉਹ ਇਹ ਭਾਸ਼ਾ ਹੀ ਸਮਝੇਗਾ, ਹੋਰ ਕੋਈ ਤਰੀਕਾ ਨਹੀਂ ਹੈਗਾ ਅੰਡਰਸਟੈਂਡ ਕਰਨ ਦੀ। ਜੇ ਕੋਈ ਤੁਰਨਾ ਵੀ ਚਾਹੁੰਦਾ ਹੈ, ਸ਼ੁਰੂਆਤ ਉਹਨੂੰ ਅਪਰਾ ਵਿਦਿਆ ਤੋਂ ਹੀ ਕਰਨੀ ਪਵੇਗੀ। ਇਸ ਕਰਕੇ ਉਹਨੂੰ ਗ੍ਰੰਥਾਂ ਦਾ ਅਧਿਐਨ ਕਰਨਾ ਪਊਗਾ, ਗ੍ਰੰਥਾਂ ਨੂੰ ਸਮਝਣਾ ਪਊਗਾ। ਹੁਣ ਇੱਕ ਚੀਜ਼ ਦੇਖੋ, ਇੱਥੇ ਇੱਕ ਚੀਜ਼ ਆਪ ਅੰਡਰਸਟੈਂਡ ਕਰਨੀ, ਬਾਣੀ ਬਾਰ-ਬਾਰ ਕਹਿੰਦੀ ਹੈ ਸੰਗਤ ਕਰੋ। ਕਿਉਂ ਕਰੋ? ਇਹ ਚੀਜ਼ ਨੂੰ ਆਪ ਸਮਝੋ, ਲੌਜਿਕ ਹੈਗਾ ਉਹਦੇ ਪਿੱਛੇ, ਇੱਕ ਕਾਰਨ ਹੈ। ਮੰਨ ਲਓ ਮੇਰੀ ਨੀਅਤ ਸੱਚੀ ਹੈ, ਮੈਂ ਮੱਖਣ ਕੱਢਣਾ ਚਾਹੁੰਦਾ, ਨਿੱਜਰ ਸਾਹਿਬ, ਮੇਰੇ ਕੋਲ ਦੁੱਧ ਵੀ ਹੈਗਾ,
ਪਰ ਮੈਨੂੰ ਵਿਧੀ ਦਾ ਨਹੀਂ ਪਤਾ। ਬਸ ਫਸ ਗਏ ਫਿਰ ਉੱਥੇ ਹੀ। ਫਿਰ ਉਹਨੇ ਜਿਹੜਾ ਹੈਗਾ, ਮੈਂ ਤਾਂ ਮੇਰੀ ਮਾਂ ਕਹਿੰਦੀ ਸੀ ਕਿ ਵੀ ਜਾਣਾ ਹੁੰਦਾ ਸੀ ਕਾਲਜ, ਕਹਿੰਦੀ ਵੀ ਆਪ ਪਹਿਲਾਂ ਜਿਹੜਾ ਕੱਢ ਕੇ ਜਾ ਮਧਾਣੀ ਚਲਾ ਕੇ ਜਾ। ਮੈਂ ਜਾਣਾ ਜੇ ਕਾਲੀ ਹੁੰਦੀ ਸੀ ਮੈਨੂੰ, ਮੈਂ ਮਾਰਨੇ ਛੜਾਕੇ ਚਾਰ ਬਹੁਤ ਤੇਜ਼ੀ ਦੇ ਨਾਲ, ਤੇ ਮੱਖਣ ਪੂਰਾ ਘੋਲ ਜਾਣਾ ਉਹਦੇ ਵਿੱਚ। ਫਿਰ ਕਹਿਣਾ ਜਾ ਦੁਕਾਨ ਤੋਂ ਬਰਫ਼ ਲੈ ਕੇ ਆ। ਹਾਂ, ਪੂਰੀ ਟੈਕਨੀਕਲ ਉਹਦੀ ਥਿਊਰੀ ਸਮਝੋ ਪਹਿਲਾਂ। ਪਰ ਨਿੱਜਰ ਸਾਹਿਬ, ਬੇਸ਼ੱਕ ਤੁਹਾਡੀ ਨੀਅਤ ਸੱਚੀ ਸੀ, ਤੁਸੀਂ ਮੱਖਣ ਕੱਢਣਾ ਚਾਹੁੰਦੇ ਸੀ, ਪਰ ਜੇਕਰ ਤੁਹਾਨੂੰ ਵਿਧੀ ਦਾ ਨਹੀਂ ਪਤਾ, ਫਿਰ ਉਹ ਤੇ ਬਾਣੀ ਕਹਿ ਰਹੀ ਆ, ਕਹਿੰਦੇ ਆ ਸੰਤੋ ਮਾਖਣ ਖਾਇਆ ਤੇ ਸਾਜ ਵੀ ਜਗ ਸਾਰਾ, ਉਹਨੂੰ ਕੱਢਣਾ ਨਹੀਂ ਆਉਂਦਾ। ਬਿਲਕੁਲ, ਕਿਉਂਕਿ ਉਹ ਸੰਤ ਮੱਖਣ ਕੱਢ ਕੇ ਖਾ ਲੈਂਦੇ ਨੇ, ਉਹ ਸਾਰ ਕੱਢ ਲੈਂਦੇ ਨੇ, ਤੇ ਜਿਹੜਾ ਸੰਸਾਰ ਆ ਉਹ ਅਸਾਰ ਚੁੱਕੀ ਫਿਰਦਾ। ਉਹ ਸਾਰ ਔਰ ਕੋ ਸਾਰ ਨਹੀਂ ਨਿਕਲਦਾ, ਸਾਰ ਚੋਂ ਸਾਰ ਕੱਢ ਲੈਂਦੇ ਨੇ ਸੰਤ, ਮੱਖਣ ਚੋਂ ਵੀ ਅੱਗੇ ਚੱਲ ਜਾਂਦੇ, ਉਹ ਚੋਂ ਘਿਓ ਬਣਾ ਲੈਂਦੇ ਨੇ, ਅਗਲੇ ਸਿੱਧੀ ਸਾਈਡ ਤੇ ਕਰ ਦਿੰਦੇ ਨੇ, ਤੇ ਸੰਸਾਰ ਲੱਸੀ ਪੀ ਕੇ ਖੁਸ਼ ਹੋਈ ਜਾਂਦਾ। ਸੋ ਇਹ ਚੀਜ਼ ਨੂੰ ਸਮਝੀਏ, ਠੀਕ ਹੈ ਜੀ। ਜਦੋਂ ਬੋਲਦੇ ਨੇ ਤੇ ਅੱਗੇ ਅਸਰ ਵੀ ਹੁੰਦਾ ਹੈ, ਕਿਉਂਕਿ ਉਹ ਬ੍ਰਹਮ ਨੂੰ ਜਾਣਦੇ ਨੇ। ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਤੁਸੀਂ ਫੀਲ ਕਰ ਸਕਦੇ ਜੋ ਕਿ ਕੁਝ ਮਹਿਕ ਹੈਗੀ ਹੈ। ਬਹੁਤ ਜ਼ਰੂਰੀ ਗੱਲ ਹੈ, ਠੀਕ ਹੈ। ਨਾਨਕ ਹਰ ਆਪੇ ਜਾਣਦਾ ਜਿਨ ਲਾਏ ਪ੍ਰੀਤ ਪਿਰਨ। ਉਸ ਪਿਰੀ ਨੇ, ਪਰਮਾਤਮਾ ਨੇ ਪ੍ਰੀਤ ਲਾਈ ਆ, ਤੇ ਉਹ ਜਾਣਦਾ ਹੈ, ਉਹਨੂੰ ਪਤਾ ਹੈ ਉਹਨਾਂ ਦੀ ਭਾਵਨਾ, ਉਹ ਕਿੱਥੇ ਕੀ ਹੈ ਉਹਨਾਂ ਦੇ ਅੰਦਰ। ਹਾਂਜੀ ਹਾਂ, ਬਿਲਕੁਲ ਠੀਕ ਹੈ ਜੀ। ਉਹ ਪਰਮਾਤਮਾ ਤੇ ਜਾਣਦਾ ਹੀ, ਉਹ ਤੁਹਾਡੀ ਭਾਵਨਾ। ਵੇਖਿਆ, ਉਹ ਭੀਲਣੀ ਬੇਰ ਖਵਾਉਂਦੀ ਹੈ, ਝੂਠੇ ਬੇਰ। ਤੇ ਉਹ ਖਾਈ ਜਾ ਰਹੇ ਨੇ। ਉਹ ਕਿਉਂ ਖਾ ਰਹੇ ਨੇ? ਉਹ ਕਹਿੰਦੇ ਇਹਦੀ ਭਾਵਨਾ ਬਹੁਤ ਵਧੀਆ, ਉਹਨੂੰ ਪਤਾ ਹੀ ਨਹੀਂ ਵਿਚਾਰੀ ਨੂੰ ਕੀ ਮੈਂ ਝੂਠੇ ਕਰਕੇ ਦੇ ਰਹੀ ਹਾਂ। ਸਹੀ ਹੈ। ਉਹ ਤੇ ਆਪਣੇ ਲੋਕ ਵੇਖ ਰਹੀ ਹੈ ਕਿ ਮਿੱਠੇ ਦੇਣੇ ਆ, ਝੂਠੇ ਨਹੀਂ, ਕੌੜੇ ਨਹੀਂ ਦੇਣੇ, ਜਾਂ ਜਿਹੜੇ ਸਵਾਦ ਸਹੀ ਨਹੀਂ ਉਹ ਨਹੀਂ ਦੇਣੇ। ਟੈਸਟ ਕਰ ਰਹੀ ਆ, ਅਸਲ ਤੇ QC ਉਹ ਖੱਟੇ ਨਹੀਂ ਦੇਣੇ। ਪਰ ਵੇਖਣ ਵਰਗਾ ਜਿਹੜਾ ਸਾਡੇ ਵਰਗਾ ਸੰਸਾਰੀ, ਉਹ ਕਹਿੰਦਾ ਝੂਠੇ ਦੇਈ ਜਾਂਦੀ, ਪਰ ਉਹਦੀ ਭਾਵਨਾ ਸਹੀ ਹੈ। ਨਿੱਜਰ ਸਾਹਿਬ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਉਹਦੀ ਭਾਵਨਾ ਤੇ ਇਹ ਕਹਿੰਦੀ ਆ ਕਿ ਬਈ ਇਹ ਕੰਮ ਏਦਾਂ ਹੋਣਾ ਚਾਹੀਦਾ ਵਾ। ਇਸੇ ਹੀ ਤਰ੍ਹਾਂ ਪਰਮਾਤਮਾ ਦੇ ਜਦੋਂ ਅਸੀਂ ਸਾਹਮਣੇ ਜਾਂਦੇ ਆ, ਜੋ ਵੀ ਅਸੀਂ ਕਰਮ ਕਰਦੇ ਆ, ਅਸਲ ਦੇ ਵਿੱਚ ਤੁਹਾਡੀ ਭਾਵਨਾ ਦੇ ਉੱਤੇ ਸਾਰਾ ਕੁਝ ਟਿਕਿਆ ਹੈ। ਜੇਕਰ ਤੁਹਾਡੀ ਭਾਵਨਾ ਸਹੀ ਹੈ ਤੇ ਕੌਡੀ ਵੀ ਮਨਜ਼ੂਰ ਆ। ਪਰਮਾਤਮਾ ਨਹੀਂ ਮੈਟਰ ਕਰਦਾ ਕਿ ਤੁਸੀਂ ਉੱਥੇ ਸੋਨਾ ਚੜਾਓ। ਪਰਮਾਤਮਾ ਨੂੰ ਨਹੀਂ ਪਤਾ ਕਿ ਤੁਹਾਡੇ ਪੱਲੇ ਨਹੀਂ ਪੈਸੇ ਹੈਗੇ, ਕਿੱਥੋਂ ਤੁਸੀਂ ਸੋਨਾ ਚੜਾ ਦੋਗੇ। ਬਿਲਕੁਲ ਸਹੀ ਗੱਲ ਹੈ। ਪਰਮਾਤਮਾ ਤੇ ਕਹਿੰਦਾ ਤੇਰੇ ਕੋਲ ਨਹੀਂ ਪੈਸੇ ਹੈਗੇ ਤੇ ਦਾਨ ਕਿੱਥੋਂ ਕਰ ਲੇਗਾ। ਐਡੇ ਸੰਤ ਵਿਚਾਰਿਆਂ ਕੋਲ ਰੋਟੀ ਦਾ ਟਾਈਮ ਜਿਹੜਾ ਕੱਢਣਾ ਔਖਾ ਸੀ, ਤੇ ਉਹਨਾਂ ਵਿਚਾਰਿਆਂ ਨੇ ਕਿੱਥੋਂ ਦਾਨ ਕਰਨਾ ਸੀ। ਉਹ ਤਾਂ ਜੇ ਗੋਰਖੀ ਸਾਹਿਬ ਜੀ, ਜਿਹੜਾ ਰਿਕਸ਼ਾ ਵਾਹ ਕੇ ਰੁਪਈਆ ਚੜਾਉਂਦਾ ਹੈ ਨਾ, ਉਹਦਾ ਰੁਪਈਆ ਜਿਹੜਾ ਹੈਗਾ ਕਰੋੜਾਂ ਤੋਂ ਵਾਧੂ ਆ। ਹਾਂ, ਕਿਉਂਕਿ ਉਹਦੀ ਪੂੰਜੀ ਇੰਨੀ, ਉਹਦੀ ਪੂੰਜੀ 300 ਰੁਪਈਆ, 300 ਚ ਉਹਨੇ 1 ਰੁਪਈਆ ਚੜਾਤਾ, ਤੇ ਸਮਝ ਲਓ ਕਾਫੀ ਜ਼ਿਆਦਾ ਪੈਸੇ ਚੜਾਤੇ ਉਹਨੇ। ਠੀਕ ਹੈ ਜੀ। ਹੁਣ ਅੱਗੇ ਚੱਲੀ ਨਿੱਜਰ ਸਾਹਿਬ, ਅੱਗੇ ਪੌੜੀ ਆ ਗਈ ਜੀ। ਪੌੜੀ, ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ। ਆਹ ਗੱਲ ਆਪਣੇ ਪੱਲੇ ਬੰਨ ਲਈਏ ਭਾਈ, ਕਿ ਉਹ ਕਰਤਾ ਹੈਗਾ ਔਰ ਅਭੁੱਲਿਆ ਕਦੀ ਭੁੱਲ ਕਰਦਾ ਹੀ ਨਹੀਂ ਹੈ, ਭੁੱਲਣ ਵਿੱਚ ਆਉਂਦਾ ਹੀ ਨਹੀਂ ਆ। ਸਾਰਾ ਸੰਸਾਰ ਜਿਹੜਾ ਭੁੱਲਣ ਵਿੱਚ ਆ ਜਾਂਦਾ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਦੇਖੋ, ਇੱਕ ਪਰਮਾਤਮਾ ਔਰ ਇੱਕ ਗੁਰੂ, ਇਹ ਭੁੱਲਣ ਦੇ ਵਿੱਚ ਨਹੀਂ ਆਉਂਦੇ ਭਾਈ। ਪੌੜੀ, ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀਂ। ਤੂੰ ਕਰੇ ਸੋ ਸੱਚੇ ਭਲਾ ਹੈ, ਗੁਰ ਸ਼ਬਦੇ ਬੁਝਾਹੀ। ਕਹਿੰਦੇ ਜੋ ਤੂੰ ਕਰਦਾ ਆ ਉਹੀ ਭਲਾ ਆ ਭਾਈ ਸੰਸਾਰ ਦਾ। ਮਾਲਕ ਨੇ ਭਲਾ ਹੀ ਕਰਨਾ ਹੈ, ਉਹ ਥੋੜੀ ਨਾ ਮਾੜਾ ਥੋੜੀ ਨਾ ਕਰਦਾ ਹੈ ਮਾਲਕ ਪਰਮਾਤਮਾ। ਗੁਰ ਸ਼ਬਦੇ ਬੁਝਾਈ, ਕੌਣ ਬੁਝਾਉਂਦਾ ਹੈ? ਕਹਿੰਦੇ ਪਰਮਾਤਮਾ ਹੀ ਬੁਝਾਉਂਦਾ ਹੈ ਭਾਈ। ਕਿਵੇਂ ਬੁਝਾਉਂਦਾ ਹੈ? ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਗਿਆਨ ਦੇ ਦੁਆਰਾ ਆਪਾਂ ਨੂੰ ਇਹ ਗੱਲ ਬੁਝਾ ਦਿੰਦਾ ਹੈ ਮਾਲਕ ਪਰਮਾਤਮਾ। ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀਂ। ਕਹਿੰਦੇ ਦੂਸਰਾ ਕੋਈ ਹੈ ਹੀ ਨਹੀਂ ਹੈ, ਔਰ ਤੂੰ ਹੀ ਕਾਰਨ ਵੀ ਤੂੰ ਹੈਗਾ, ਔਰ ਕਰਨ ਵਾਲਾ ਵੀ ਤੂੰ ਹੈਗਾ, ਔਰ ਤੂੰ ਕੈਪੇਬਲ ਵੀ ਹੈਗਾ, ਸਮਰੱਥ ਵੀ ਹੈਗਾ। ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਧਿਆਹੀ। ਕਹਿੰਦੇ ਤੂੰ ਮਾਲਕ ਵੀ ਹੈਗਾ ਔਰ ਅਗਮ ਹੈਗਾ। ਇਸ ਤਰ੍ਹਾਂ ਤੂੰ ਜਿਹੜਾ ਇੰਦਰੀਆਂ ਦੀ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ, ਬੁੱਧੀ ਦੀ ਪਕੜ ਤੋਂ ਪਰੇ ਹੈਗਾ, ਪਰ ਤੂੰ ਦਿਆਲ ਹੈਗਾ ਆ। ਤੂੰ ਦਿਆਲ ਹੈਗਾ ਆ, ਸਭ ਤੁਧ ਧਿਆਹੀ। ਔਰ ਤੈਨੂੰ ਜਿਹਨੂੰ ਵੀ ਬੁੱਧੀ ਆ ਜਾਂਦੀ, ਜਿਹੜੇ ਹੈਗੇ ਸਹੀ ਰਸਤਾ ਮਿਲ ਜਾਂਦਾ, ਉਹ ਤੈਨੂੰ ਤੇਰਾ ਹੀ ਧਿਆਨ ਕਰਦੇ ਆ। ਸਭ ਜੀ ਤੇਰੇ ਤੂੰ ਸਬਸ ਦਾ, ਤੂੰ ਸਭ ਛਡਾਹੀ। ਕਹਿੰਦੇ ਸਾਰੇ ਜੀਵ ਤੇਰੇ ਹੈਗੇ ਮਾਲਕਾ, ਜਿਹੜੇ ਮਾਇਆ ਦੇ ਵਿੱਚ ਆ, ਜਿਹੜੇ ਨਹੀਂ ਤੈਨੂੰ ਸਿਮਰ ਰਹੇ, ਜਿਹੜੇ ਜਿਨ੍ਹਾਂ ਨੂੰ ਤੇਰੇ ਵੱਲ ਨਹੀਂ ਹੈ, ਜਿਹੜੇ ਤੈਨੂੰ ਸਿਮਰ ਰਹੇ ਉਹ ਵੀ
ਤੇ ਜਿਹੜੇ ਦੂਸਰੇ ਵੀ। ਕਹਿੰਦੇ ਤੂੰ ਸਾਰਿਆਂ ਨੂੰ ਛੁਡਾਉਣਾ ਹੈ ਕਿਉਂਕਿ ਇਹ ਸਾਰੇ ਹੈ ਹੀ ਤੇਰੇ। ਇਹ ਮਰਨ ਵਾਲਾ ਤਾਂ ਹੈ ਹੀ ਨਹੀਂ ਜੀਓ ਜਿਹੜਾ ਹੈਗਾ। ਇਹ ਜਿਹੜਾ ਹੈਗਾ ਇਹ ਪਰਮਾਤਮਾ ਜਿਸ ਤਰ੍ਹਾਂ ਹੈਗਾ ਉਸ ਤਰ੍ਹਾਂ ਹੀ ਆਪਣੀ ਆਤਮਾ ਹੈਗੀ। ਬਸ ਆ ਜਿਹੜਾ ਹੈ ਆਪਣੇ ਅੰਦਰ ਮਨ ਆ ਗਿਆ ਅਤੇ ਆਪਣੇ ਅੰਦਰ ਜਿਹੜੇ ਹੈਗੇ 5 ਤੱਤਾਂ ਦੀ ਖਿੱਚ ਆ ਗਈ ਹੈ ਸਾਰੀ ਦੀ ਸਾਰੀ। ਇਹ ਸੁਰਤ ਮਤ ਮਨ ਬੁੱਧ ਇਹ ਪਾਤ ਹੀ ਮਾਲਕ ਨੇ ਅਤੇ ਆਪਾਂ ਬਣ ਗਏ ਜੀਵ ਆਤਮਾ। ਬਸ ਇਹ ਜੀਵ ਜਿਹੜਾ ਹੈਗਾ ਇਹ ਪਾਸੇ ਹਟਾਉਣਾ ਹੈ ਭਾਈ ਅਤੇ ਆਪਾਂ ਆਤਮਾ ਉਹੇ ਜਿਹੇ ਬਣ ਜਾਵਾਂਗੇ ਅਤੇ ਉਹ ਮਾਲਕ ਦੇ ਵਿੱਚ ਹੀ ਆਪਾਂ। ਸਭ ਜੀ ਤੇਰੇ ਤੂੰ ਸਬਸ ਦਾ ਤੂੰ ਸਭ ਛਡਾਹੀ। ਕਹਿੰਦੇ ਸਾਰਿਆਂ ਨੂੰ ਤੂੰ ਸਾਰਿਆਂ ਦਾ ਹੈਗਾ ਤੂੰ, ਮੇਰਾ ਇਕੱਲੇ ਦਾ ਥੋੜ੍ਹੀ ਨਾ ਹੈਗਾ, ਤੂੰ ਸਾਰਿਆਂ ਦਾ ਹੈਗਾ ਔਰ ਸਾਰਿਆਂ ਨੂੰ ਤੂੰ ਛਡਾਉਣਾ ਹੈ। ਸਾਰੇ ਤੇਰੇ ਵਾਸਤੇ ਇੱਕ ਬਰਾਬਰ ਹੈਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸੰਗਤ ਜੀ। ਦੇਖੋ ਇੱਥੇ ਤੁਕ ਚ ਉਹਨਾਂ ਨੇ ਸਮਝਾਇਆ ਹੈ ਕਿ ਸੁਣ ਸਾਜਨ ਨਹੀਂ ਪਿੱਛੇ ਤੂੰ ਕਰਤਾ ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਹੀਂ। ਕਿਉਂਕਿ ਪ੍ਰਮਾਤਮਾ ਜਿਹੜਾ ਹੈ ਨਾ ਕਰਤਾ ਹੈ ਉਹ ਤੇ ਕਰਤਾ ਹੈ, ਉਹ ਤੇ ਪਾਵਰ ਸੁਪਰ ਪਾਵਰ ਹੈ। ਉਹ ਵਿਚਾਰੇ ਨੇ ਕਿੱਥੋਂ ਗਲਤੀ ਕਰਨੀ ਹੈ। ਠੀਕ ਹੈ ਜੀ। ਤੇ ਇਹ ਚੀਜ਼ ਵੱਖਰੀ ਹੈ ਕਿ ਉਹ ਸੰਸਾਰ ਚ ਅਸੀਂ ਭੁੱਲ ਸਕਦੇ ਹਾਂ, ਅਸੀਂ ਗਲਤੀ ਕਰ ਸਕਦੇ ਹਾਂ, ਪਰ ਪ੍ਰਮਾਤਮਾ ਹੀ ਡੋਂਟ ਮੇਕ ਐਨੀ ਮਿਸਟੇਕ। ਉਹ ਪਾਵਰਫੁਲ ਹੈ। ਆਪ ਜਸਟ ਸੋਚੋ ਗਲਤੀ ਨਹੀਂ ਕਰਦਾ, ਅਸੀਂ ਗਲਤੀ ਕਰ ਲੈਂਦੇ। ਬਿਲਕੁਲ। ਉਹ ਕਿਹੋ ਜਿਹਾ ਹੋਊਗਾ ਜਿਹਨੇ ਸਾਡੀ ਬੁੱਧੀ ਦੀ ਰਚਨਾ ਕੀਤੀ। ਆਪ ਸਮਝੋ ਕਿ ਉਹ ਕਿੰਨਾ ਕੁ ਪਾਵਰਫੁਲ ਹੋਊਗਾ। ਉਹਦੀ ਬਣਾਈ ਹੋਈ ਇੱਕ ਇੱਕ ਚੀਜ਼ ਚ ਮਿਸਟੇਕ ਨਹੀਂ ਹੈਗੀ। ਇੱਕ ਚੀਜ਼ ਉਹ ਸਾਡੀ ਸਮਝ ਦੀ ਲਿਮਟ ਹੈਗੀ ਆ, ਪਰ ਉਹਨੇ ਜੋ ਰਚਨਾ ਕੀਤੀ ਆ ਉਹਦੇ ਵਿੱਚ ਕੋਈ ਮਿਸਟੇਕ ਨਹੀਂ ਹੈਗੀ। ਮਿਸਟੇਕਲੈਸ ਹੈ ਜੀ ਉਹ। ਠੀਕ ਹੈ ਜੀ। ਕਹਿੰਦੇ ਆ ਕਿ ਫਿਰ ਕਹਿੰਦੇ ਤੂੰ ਕਰ ਸੋ ਸੱਚੇ ਭਲਾ ਹੈ ਗੁਰ ਸ਼ਬਦ ਬਜਾਈ। ਹਾਂ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਦੁਆਰਾ ਤੂੰ ਸਾਨੂੰ ਇਹ ਸੰਸਾਰ ਨੂੰ ਇਹ ਬੁਝਾਈ ਦੇ ਦਿੰਦਾ ਹੈ ਕਿ ਬਈ ਜੋ ਵੀ ਤੂੰ ਕਰਦਾ ਹੈ ਉਹ ਜੋ ਸਾਰੇ ਸੰਸਾਰ ਦੇ ਵਾਸਤੇ ਸਾਡੇ ਵਾਸਤੇ ਭਲਾ ਹੈਗਾ। ਇਹ ਗੱਲ ਗੁਰੂ ਦੇ ਸ਼ਬਦ ਦੇ ਦੁਆਰਾ ਮਾਲਕ ਹੀ ਬੁਝਾ ਦਿੰਦਾ ਹੈ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਸੰਗਤ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਕਿ ਪ੍ਰਮਾਤਮਾ ਜੋ ਵੀ ਕਰ ਰਿਹਾ ਨਾ ਉਹ ਸਹੀ ਹੈ ਤੁਹਾਡੇ ਲਈ। ਔਰ ਉਹਦਾ ਸੰਸਾਰੀ ਬੰਦਾ ਨਹੀਂ ਮੰਨਦਾ। ਬਿਲਕੁਲ। ਉਹ ਕਹਿੰਦਾ ਤੇ ਗੜਬੜ ਹੋ ਗਈ ਆ। ਜਿੱਦਾਂ ਛੋਟੇ ਬੱਚੇ ਨੂੰ ਆਪਾਂ ਉਹ ਕਹਿੰਦਾ ਸਾਨੂੰ ਮੋਬਾਈਲ ਲਿਆ ਕੇ ਦੇ ਦਿਓ ਤੇ ਆਪਾਂ ਉਹਨੂੰ ਲਿਆ ਕੇ ਦਿੰਦੇ ਆ? ਨਹੀਂ। ਉਹਦੀਆਂ ਜਾਇਜ਼ ਤੇ ਨਜਾਇਜ਼ ਦੋ ਮੰਗਾਂ ਨੇ। ਆਪਾਂ ਜਾਇਜ਼ ਮੰਨ ਲੈਂਦੇ ਆ, ਜਿਹੜੀ ਨਜਾਇਜ਼ ਆ ਉਹਨੂੰ ਆਪਾਂ ਪੋਸਟਪੋਨ ਪਾ ਦਿੰਦੇ ਆ, ਆਪਾਂ ਮਨਾ ਕਰ ਦਿੰਦੇ ਆ ਕਿ ਪੁੱਤ ਬਾਅਦ ਚ ਲਿਆ ਦਾਂਗਾ। ਏਦਾਂ ਕਰਕੇ ਆਪਾਂ ਸਮਾਂ ਕੱਢਦੇ ਆ। ਪਰ ਜੇਕਰ ਮਾਂ-ਬਾਪ ਬੱਚੇ ਨੂੰ ਉਹ ਚੀਜ਼ ਲਿਆ ਕੇ ਦੇ ਰਹੇ ਆ ਜਿਹੜੀ ਚੀਜ਼ ਉਹਦੇ ਲਈ ਚੰਗੀ ਨਹੀਂ ਹੈ ਤੇ ਉਹ ਕਿਤੇ ਵਧੀਆ ਮਾਂ-ਬਾਪ ਨਹੀਂ ਆ। ਇਹ ਚੀਜ਼ ਨੂੰ ਦੇਖੋ, ਬੱਚਿਆਂ ਦੀ ਪਰਵਰਿਸ਼ ਕਰਦੇ ਆ ਆਪਾਂ। ਮੇਰੇ ਲਈ ਮੰਗਦੇ ਪਏ ਮੋਬਾਈਲ ਚਾਹੀਦਾ, ਮੈਂ ਕਿਹਾ ਪਹਿਲਾਂ ਟੈਬਲੇਟ ਵਰਤੋ ਜਿਹੜਾ ਤੁਹਾਨੂੰ ਬਾਈਜੂਸ ਦਾ ਲਿਆ ਕੇ ਦਿੱਤਾ ਹੈ, ਤੁਸੀਂ ਪੜ੍ਹਾਈ ਕਰੋ। ਉਹਦੇ ਤੇ ਪੜ੍ਹਾਈ ਤੇ ਕੀਤੀ ਨਹੀਂ, ਉਹਦੇ ਤੇ ਗੇਮਾਂ ਖੇਡਦੇ ਜੋ। ਹੁਣ ਤੁਸੀਂ ਮੋਬਾਈਲ ਮੰਗੀ ਜਾਂਦੇ। ਸਾਡੇ ਦੋਸਤਾਂ ਕੋਲ ਹੈਗਾ। ਮੈਂ ਉਹਦੇ ਤੇਰੇ ਦੋਸਤ ਹੈਗੇ, ਮੈਂ ਤੇ ਉਹਦੇ ਮਾਂ ਪਿਓ ਨੂੰ ਪੁੱਛਦਾ ਹੈ ਕਿ ਇਹ ਕਿਹੜੀ ਚੀਜ਼ ਲਿਆ ਕੇ ਦਿੱਤੀ ਬੱਚਿਆਂ ਨੇ। ਹਾਂ ਮੈਂ ਘੜੀ ਚਾਹੀਦੀ, ਘੜੀ ਲਿਆ ਦਿੰਦਾ। ਘੜੀ ਲਿਆ ਕੇ ਦੇਤੀ ਹੈ, ਮੈਂ ਆਪਣੀ ਦੇ ਦਿੱਤੀ ਉਹਨੂੰ। ਕਿ ਮੈਂ ਘੜੀ ਚ ਕੀ ਨੁਕਸਾਨ ਹੈ, ਟਾਈਮ ਹੀ ਵੇਖੂਗਾ ਉਹ। ਇੰਨੇ ਚ ਬੜਾ ਖੋਜ ਹੈ, ਕਮ ਸੇ ਕਮ ਸਾਲ ਤੇ ਸੌਖਾ ਲੰਘੂ ਮੇਰਾ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਧ ਸੰਗਤ ਜੀ ਬੜੀਆਂ ਜ਼ਰੂਰੀ ਨੇ। ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਕੁਦਰਤ ਉਹ ਸਾਨੂੰ ਦੇ ਰਹੀ ਹੈ। ਜੇਕਰ ਕੋਈ ਚੀਜ਼ ਸਾਨੂੰ ਨਹੀਂ ਮਿਲ ਰਹੀ ਤਾਂ ਉਹਦੇ ਚ ਸਾਡਾ ਭਲਾ ਹੈ, ਇਹੋ ਸੋਚਣਾ ਚਾਹੀਦਾ। ਦੇਖੋ ਜਦੋਂ ਆਪਾਂ ਇਹ ਗੱਲ ਸੋਚਦੇ ਹਾਂ ਨਾ ਤੇ ਫਿਰ ਮਨ ਦੇ ਅੰਦਰ ਜਿਹੜੀ ਨਾ ਅਗਿਆਨਤਾ ਜਿਹੜੀ ਆ ਉਹ ਘਟਦੀ ਹੈ। ਕਿਉਂਕਿ ਮਨ ਨੇ ਉਹ ਚੀਜ਼ ਨੂੰ ਛੱਡਣਾ ਨਹੀਂ ਆ, ਛੱਡਦਾ ਵੀ ਨਹੀਂ ਹੈ। ਇਹ ਨਾ ਜਦੋਂ ਚੀਜ਼ ਨਹੀਂ ਮਿਲਦੀ ਹੈ ਨਾ ਤੇ ਬੰਦਾ ਸੋਚਦਾ ਕਿ ਦੁਨੀਆ ਰੁਕ ਗਈ ਹੈ, ਪਰ ਨਹੀਂ, ਉਹਦੇ ਪਿੱਛੇ ਬੜੇ ਕਾਰਨ ਹੁੰਦੇ ਨੇ। ਇਸੇ ਕਰਕੇ ਉਹ ਚੀਜ਼ ਨਹੀਂ ਹੋ ਰਹੀ। ਤੁਸੀਂ ਵਾਰ-ਵਾਰ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨ ਚ ਕੋਈ ਪ੍ਰੋਬਲਮ ਨਹੀਂ ਹੈ। ਹੋ ਸਕਦਾ ਕਿ ਤੁਹਾਡੀ ਕੋਸ਼ਿਸ਼ ਵੇਖ ਕੇ ਭਾਵੇਂ ਤੁਹਾਡੇ ਕਰਮਾਂ ਚ ਨਹੀਂ ਵੀ ਹੈਗੀ ਆ ਤਾਂ ਵੀ ਤੁਹਾਨੂੰ ਮਿਲ ਜਾਏ। ਇਹਨੇ ਜੈਸਾ ਇਹ ਵੀ ਆਪਸ਼ਨ ਹੈਗਾ ਜੀ। ਬਿਲਕੁਲ। ਬਾਕੀ ਜੇ ਅਸੀਂ ਇਹੀ ਸੋਚੀਏ ਕਿ ਜ਼ਰੂਰੀ ਮਿਲੇ ਤੇ ਫਿਰ ਉਹ ਫਿਰ ਹਉਮੈ ਆ ਜਾਂਦੀ ਹੈ, ਉਹਦੇ ਕਰਕੇ। ਠੀਕ ਹੈ ਜੀ। ਅਗਲੀ ਤੁਕ ਬੋਲੋ ਨਿਜੋ ਸਾਹਿਬ। ਹਾਂ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸ਼ਬਦ ਬੁਝਾਈ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ। ਕਹਿੰਦੇ ਤੂੰ ਕਰਨ ਵਾਲਾ ਵੀ ਤੇ ਕਾਰਨ ਵੀ ਹੈਗਾ ਆ ਔਰ ਸਮਰੱਥ ਵੀ ਹੈਗਾ। ਤੇਰੇ ਕੋਲ ਸਭ ਕੁਛ ਕਰਨ ਦੀ ਪਾਵਰ ਵੀ ਹੈਗੀ ਆ। ਦੂਜਾ ਹੋਰ ਕੋਈ ਤੇਰੇ ਤੋਂ ਇਲਾਵਾ ਹੈ ਹੀ ਨਹੀਂ ਤੇਰੇ ਵਰਗਾ। ਹਾਂਜੀ ਵੀਰ।
बिल्कुल ठीक है जी। महापरलो आवेगी, सब कुछ नष्ट हो जाएगा, केवल आत्मा ही रह जाएगी, वो परमात्मा रह जाएगा। फिर वो समाधि लीन हो जाता है। फिर अपने आप की समाधि लीन हो जाता, पता नहीं किन्ने क युग वो समाधि लीन हो सकता है। फिर दिल करता है, फिर अपने आप चों संसार ਨੂੰ पैदा करता है। इसे ही तरह परमात्मा ने पता नहीं किन्नी क वारी ये रचना रची है, फिर अपने च समेट लैंदा है, सब ਨੂੰ जीरो कर दिंदा है, क्योंकि ਉਹਦੀ लीला है और वो खुद ही बना लैंदा है। फिर दिल करदा, फिर खत्म कर दिंदा है। ये तत्तां ਨੂੰ ਆਪਣੇ ਚ ਲੀਨ कर दिंदा है। ਪੰਜਾਂ ਤੱਤਾਂ ਤੋਂ ਹੀ ਸੰਸਾਰ ਬਣਿਆ, ਪੰਜਾਂ ਤੱਤਾਂ ਨੂੰ ਆਪਣੇ ਚ ਵਾਪਸ ਖਿੱਚ ਲੈਂਦਾ है। फिर महापरलो आउंदी है, ये सारा जगत खत्म कर दिंदा है, फिर दोबारा रचना करदा है। ये जगत बहुत पुराना है, ये पता नहीं कदों ते किन्नी वारी बनया है, ਇਹਦਾ अंत नहीं हैगा। इस ब्रह्मांड च ਜਿਹੜੇ साइंटिस्ट है, इन्होंने वेखे कि बड़े 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 तारे है सूरज ਦੇ ਵਾਂਗੂ सी, ਹੁਣ किधर गए पता नहीं किधर गए। कोई छोटा मोटा पटाका थोड़ी ਜਿਹੜਾ ਚੱਲਿਆ ਤੇ ਗੁੰਮ ਹੋ ਗਿਆ। ਐਡੇ ਵੱਡੇ ਜਿਹੜੇ ਸੂਰਜ ਦੇ ਆਕਾਰ ਦੇ ਤੋਂ ਵੀ ਵੱਡੇ ਵੱਡੇ ਤਾਰੇ ਸਨ, ਇੱਕਦਮ ਕਿਦਾਂ ਗੁੰਮ ਹੋ ਗਏ, ਕਿੱਥੇ ਚਲ ਗਏ ਉਹ ਜਿੱਥੋਂ ਆਏ ਸੀ, ਇਸੇ ਹੀ ਤਰ੍ਹਾਂ ਜਿੱਥੋਂ ਆਏ ਸੀ ਉੱਥੇ ਹੀ ਚਲੇ ਗਏ। ਮਾਲਕ ਤੋਂ ਉਹਦੀ ਸ਼ਕਤੀ ਹੈਗੀ, ਉਹਦੀ ਇਹ ਜਿਹੜਾ ਹੈਗਾ ਇੱਕ ਸ਼ਿਵ ਹੈ ਤੇ ਇੱਕ ਸ਼ਕਤੀ ਹੈਗੀ। ਸ਼ਕਤੀ ਉਹਦੀ ਸ਼ਿਵ ਤੋਂ ਆਈ ਹੈ, ਸ਼ਕਤੀ ਸ਼ਿਵ ਦੇ ਵਿੱਚ ਬਲੈਕ ਹੋਲ ਕਹਿ ਲਓ ਉਹਨੂੰ, ਚਾਹੇ ਜੋ ਮਰਜ਼ੀ ਕਹਿ ਲਓ, ਸੁੰਨ ਕਹਿ ਲਓ, ਉਹਦੇ ਵਿੱਚ ਲੀਨ ਹੋ ਗਈ। ਆ ਜਿੱਦਾਂ ਹੁਣ ਤੁਹਾਨੂੰ ਕੀ ਪਤਾ ਜੀਵ ਕਿੱਥੋਂ ਆਉਂਦੇ ਆ, ਤੁਹਾਨੂੰ ਕੀ ਪਤਾ ਜੀਵ ਕਿੱਥੇ ਜਾਂਦੇ ਆ, ਇਹ ਵੇਖਿਆ ਥੋੜੀ ਗਏ ਨੇ। ਬਸ ਗ੍ਰੰਥਾਂ ਚ ਤੇ ਅੰਦਾਜ਼ੇ ਹੀ ਲਾਏ ਆ ਕਿ ਆਤਮਾ ਆ ਜਾਂਦੀ, ਚਾਹੀ ਜਾਂਦੀ ਹੈ, ਜੀਵ ਪੈਦਾ ਹੋ ਜਾਂਦਾ। ਇਹ ਤਾਂ ਉਹਨਾਂ ਨੇ ਆਪਣੀ ਜਿਹੜੀ ਕੀ ਕਹਿੰਦੇ ਉਹਨੂੰ ਫਿਲੋਸਫੀ ਸਬਜੈਕਟ ਆ, ਉਹ ਉਸ ਫਿਲੋਸਫੀ ਸੰਤਾਂ ਨੇ ਫਿਲੋਸਫੀ ਦੇ ਰਾਹੀਂ ਇਸ ਪਰਮਾਤਮਾ ਦੇ ਬਾਰੇ, ਇਸ ਬ੍ਰਹਮ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਬੜੇ ਬੜੇ ਗ੍ਰੰਥ ਲਿਖੇ ਗਏ ਨੇ। ਇਹ ਸੰਸਾਰ ਏਦਾਂ ਚੱਲਦਾ ਹੈ, ਇਹਦੇ ਪਿੱਛੇ ਸਾਇੰਸ ਕਹਿੰਦੀ ਕੋਈ ਇਹ ਜਿਹੜਾ ਸਾਹਮਣੇ ਤਾਤੀ ਹੈਗਾ, ਬੰਦੇ ਹੈਗੇ ਨੇ, ਮਰ ਜਾਂਦੇ, ਗੱਲ ਖਤਮ ਹੋ ਗਈ, ਫਿਰ ਨਵਾਂ ਬੰਦਾ ਆ ਜਾਂਦਾ। ਪਰ ਉਹਦੇ ਫਿਲੋਸਫੀਕਲ ਜਿਹੜੇ ਸੰਤ ਹੁੰਦੇ ਉਹ ਕਹਿੰਦੇ ਨਹੀਂ ਜੀ, ਇਹਦੇ ਮਗਰ ਸਿਸਟਮ ਹੈ, ਕੋਈ ਸੂਖਮ ਜਗਤ ਹੈ ਜਿਹਦੇ ਬੇਸ ਤੇ ਇਹ ਸਾਰਾ ਕੁਛ ਆ ਰਿਹਾ ਹੈ। ਫਿਰ ਇਹ ਜੀਵ ਵੱਖੋ ਵੱਖ ਕਿਸਮ ਦੇ ਨੇ, 84 ਲੱਖ ਜੂਨੀ ਆ, ਉਹਦੇ ਵਿੱਚ ਬੰਦਾ ਭਟਕ ਰਿਹਾ ਹੈ, ਇਹੋ ਹੀ ਜੀਵ ਹੈ। ਉਹ ਕਹਿੰਦੇ ਆ ਫਿਰ ਇਹ ਚੀਜ਼ਾਂ ਜਿਹੜੀਆਂ ਸਾਨੂੰ ਦਿਖਾਈ ਨਹੀਂ ਦੇ ਰਹੀਆਂ, ਉਹ ਕਹਿੰਦੇ ਸਭ ਸੂਖਮ ਹੈ। ਉੱਥੇ ਕੋਈ ਉਹ ਕਿੱਦਾਂ ਚਲਾਉਂਦਾ ਹੈ, ਕਿੱਦਾਂ ਕਰਦਾ ਹੈ, ਉਹ ਕੋਈ ਜਾਣ ਨਹੀਂ ਸਕਦਾ, ਉਹੀ ਜਾਣਦਾ ਹੈ, ਕਿਉਂਕਿ ਉਹਨੂੰ ਹੀ ਪਤਾ ਹੈ ਕਿੱਦਾਂ ਰਨ ਕਰ ਰਿਹਾ। ਔਰ ਉਹ ਸਾਨੂੰ ਸੰਤ ਦੱਸ ਕੇ ਗਏ ਨੇ। ਹੁਣ ਆਪਾਂ ਗ੍ਰੰਥਾਂ ਨੂੰ ਪੜ੍ਹਦੇ ਹਾਂ, ਆਪਾਂ ਵੀ ਗਿਆਨ ਪ੍ਰਾਪਤ ਕਰ ਰਹੇ ਹਾਂ। ਅਦਰਵਾਈਜ਼ ਇਹ ਸੰਸਾਰ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਣਾ। ਕਿਹਨੂੰ ਪਤਾ ਬੰਦਾ ਕਿੱਥੇ ਜਾਂਦਾ ਹੈ, ਕਿਹਨੂੰ ਪਤਾ ਬੰਦੇ ਕਿੱਥੋਂ ਆਉਂਦੇ। ਤੁਸੀਂ ਥੋੜੀ ਭੇਜਦੇ ਜੋ, ਅਸੀਂ ਤੇ ਕੇਵਲ ਸੋਰਸ ਬਣਦੇ ਹਾਂ, એનર્ਜੀ ਬਣਦੇ ਹਾਂ, ਤੇ ਉਹ ਚੀਜ਼ ਆਉਂਦੀ ਹੈ। ਔਰ ਜੇਕਰ ਉਹ ਸਾਡੇ ਹੱਥ 'ਚ ਹੋਵੇ ਫਿਰ ਤਾਂ ਅਸੀਂ ਕਰਤਾ ਹੋ ਜਾਈਏ। ਅਸੀਂ ਕਰਤਾ ਨਹੀਂ ਹੈਗੇ, ਅਸੀਂ ਸਿਚੁਏਸ਼ਨ ਪੈਦਾ ਕਰਦੇ ਹਾਂ, ਉਸ ਟਾਈਮ ਤੇ એનર્ਜੀ ਆ ਕੇ ਕਿਸੇ ਰੂਪ 'ਚ ਪ੍ਰਗਟ ਹੋ ਜਾ ਰਹੀ ਹੈ। ਹੁਣ ਕਿੱਦਾਂ ਵੇਖੋ, ਪਹਿਲਾਂ ਫੁੱਲ ਲੱਗਦਾ, ਫੁੱਲ ਤੋਂ ਬਾਅਦ ਫਰੂਟ ਲੱਗ ਜਾਂਦਾ, ਫਰੂਟ ਫਿਰ ਉਹਦੇ 'ਚ ਵਿਟਾਮਿਨ, ਪ੍ਰੋਟੀਨ। ਹੁਣ ਦੱਸੋ ਤੁਸੀਂ ਕਿਸੇ ਵੀ ਅੰਬ ਦੇ ਰੁੱਖ ਨੂੰ ਫੜ ਲਓ ਜਾਂ ਕਿਸੇ ਸੇਬ ਦੇ ਰੁੱਖ ਨੂੰ ਫੜ ਲਓ, ਉਹਨੂੰ ਵੱਢ ਕੇ ਵੇਖ ਲਓ, ਉਹਦੇ 'ਚ ਇੱਕ ਬੂੰਦ ਵੀ ਮਿੱਠੇ ਦੀ ਨਹੀਂ ਹੈਗੀ। ਪਰ ਅੰਬ 'ਚ ਰਸਾ ਕਿੱਥੋਂ ਪਹੁੰਚ ਗਿਆ। ਆਪ ਜਸਟ ਸੋਚੋ, ਅੰਗੂਰਾਂ ਦੀ ਵੇਲ ਫੜ ਕੇ ਵੇਖੋ, ਤੁਹਾਨੂੰ ਮਾਸਾ ਵੀ ਮਿਠਾਸ ਨਹੀਂ ਆਵੇਗੀ। ਪਰ ਜਿਹੜੇ ਇੰਨੀਆਂ ਵੇਲਾਂ ਨੂੰ ਅੰਗੂਰ ਲੱਗੇ ਆ, ਉਹ ਕਿੱਥੋਂ ਰਸਾ ਆਇਆ, ਕਿਹਨੇ ਭੇਜਿਆ, ਉਹਦਾ ਡਿਜ਼ਾਈਨ ਕਿਹਨੇ ਕੀਤਾ। ਅੱਜ ਕੱਲ੍ਹ ਤੁਸੀਂ ਟੂਟੀ ਲਾਈ ਆ, ਕੋਈ ਨਲਕਾ ਲਾਇਆ, ਕੋਈ ਪੰਪ ਲਾਇਆ, ਤੇ ਉੱਥੋਂ ਪਾਣੀ ਆਇਆ। ਪਰ ਇਹ ਮਿਠਾਸ ਦਾ ਪੰਪ ਕਿਹਨੇ ਸੈੱਟ ਕੀਤਾ, ਪੈਰਾਮੀਟਰ ਕਿਹਨੇ ਸੈੱਟ ਕੀਤਾ। ਇਹ ਕਣਕ ਦੇ ਦਾਣੇ ਕਿੰਨੇ ਲੱਗਣਗੇ, ਕਿੰਨੀ ਕੁਆਂਟਿਟੀ ਹੋਊਗੀ, ਇਹਨੂੰ ਕਿੱਥੋਂ ਬੀਜ ਆਏ, ਇਹ ਕਿੰਨੀ ਕਿਸਮ ਦੀਆਂ ਦਾਲਾਂ, ਇੰਨੀ ਕਿਸਮ ਦਾ ਫਰੂਟ ਕਿੱਥੋਂ ਆ ਗਿਆ। ਔਰ ਕੋਈ ਅੰਡੂ ਫੰਡੂ ਡਿਜ਼ਾਈਨ ਨਹੀਂ ਆ, ਉਹ ਪ੍ਰੋਪਰ ਡਿਜ਼ਾਈਨ ਬਣਿਆ ਹੋਇਆ ਇਹਨਾਂ ਦਾ। ਅੰਗੂਰਾਂ ਦਾ ਡਿਜ਼ਾਈਨ ਵੇਖੋ ਤੁਸੀਂ। ਇਹਦੇ ਪਿੱਛੇ ਜਿਹੜੀ ਇੰਜੀਨੀਅਰਿੰਗ ਆ, ਜਿਹੜਾ ਆਰਕੀਟੈਕਟ ਆ, ਜਿਹੜਾ ਪੇਂਟਰ ਆ, ਉਹ ਕਿੰਨੀਆਂ ਸ਼ਕਤੀਆਂ ਲਾਈਆਂ ਨੇ ਉਹਨੇ। ਕਿੱਥੇ ਉਹਦਾ ਕੋਈ ਉਹਦਾ ਰੰਗ ਡਿਸਾਈਡ ਕਰ ਰਿਹਾ ਹੈ, ਕੋਈ ਉਹਦੇ ਜਿਹੜੇ ਮਿਨਰਲ ਕੀ ਆ, ਉਹਦੇ ਅੰਦਰ ਵਿਟਾਮਿਨਸ ਕੀ ਹੈਗੇ, ਪ੍ਰੋਟੀਨਸ ਕੀ ਹੈਗੇ ਆ, ਨਿਊਟ੍ਰੀਸ਼ਨ ਵੈਲਿਊ ਕੀ ਹੈ, ਇੱਕ ਇੱਕ ਅੰਗੂਰ ਦੀ ਕਿੰਨੇ ਡਿਸਾਈਡ ਕੀਤੀ ਹੈ। ਤੁਸੀਂ ਕੀਤੀ ਹੈ ਜਾਂ ਮੈਂ ਕੀਤੀ ਹੈ? ਨਹੀਂ, ਆਪਾਂ ਤਾਂ ਕੰਜ਼ਿਊਮ ਕਰ ਰਹੇ ਹਾਂ। ਇਹ ਜਿਹੜੀ ਆਕਸੀਜਨ ਹੈ, ਇਹ ਕਿੰਨੇ ਪਰਸੈਂਟ ਹੈ, ਬਹੁਤ ਥੋੜੀ ਜਿਹੀ ਆਕਸੀਜਨ ਹੈ, ਬਾਕੀ ਦੇ ਦੂਜੀਆਂ ਗੈਸਾਂ ਨੇ। ਇਹ ਡਿਸੀਜਨ ਕਿੰਨੇ ਕੀਤਾ ਹੈ, ਇਹ ਫਾਰਮੂਲੇ ਕਿੰਨੇ ਲਾਏ ਨੇ। ਇਹ ਸਭ ਜਿਹੜੀ
ਪ੍ਰਕਿਰਤੀ ਦੀ ਰਚਨਾ ਹੋਈ ਆ ਸਾਰੀ ਬੁੱਧੀ ਦੇ ਸਿਰ ਤੇ ਹੋਈ ਆ, ਬੜੀ ਚੋਟੀ ਦੀ ਬੁੱਧੀ, ਇੱਕ ਆਮ ਅੰਡੂ ਫੰਡੂ ਬੁੱਧੀ ਨਹੀਂ ਆ। ਬਿਲਕੁਲ ਸਹੀ ਹੈ ਜੀ। ਹਾਈ ਕਲਾਸ ਦੀ ਬੁੱਧੀ। ਵੇਖੋ ਤੁਹਾਡਾ ਡਿਜ਼ਾਈਨ, ਤੁਸੀਂ ਵੇਖੋ ਔਰਤ ਦਾ ਚਿਹਰਾ, ਉਹਦੀ ਕੋਈ ਦਾੜੀ ਦੂੜੀ ਨਹੀਂ ਹੈਗੀ। ਬੰਦੇ ਦਾ ਚਿਹਰਾ, ਉੱਥੇ ਦਾੜੀ ਲਾਈ ਹੋਈ ਉਹਨੇ। ਔਰਤ ਦਾ ਸਰੀਰ ਹੋਰ ਤਰ੍ਹਾਂ ਦਾ ਹੈ, ਬੰਦੇ ਦਾ ਸਰੀਰ ਹੋਰ ਤਰ੍ਹਾਂ ਦਾ ਹੈ। ਔਰਤ ਦੀ ਜ਼ੁਬਾਨ ਹੋ ਰਿਹਾ, ਉਹਦੀ ਭੱਜ, ਉਹਦੇ ਬੋਲਣ ਦਾ ਸਟਾਈਲ ਵੱਖਰਾ ਹੈ। ਬੰਦੇ ਦਾ ਵੇਖੋ ਉਹ ਹੋਰ ਤਰ੍ਹਾਂ ਦੀ એનર્ਜੀ ਹੈ। ਇਸੇ ਤਰ੍ਹਾਂ ਦੂਜੀਆਂ ਤੁਸੀਂ ਸ਼੍ਰੇਣੀਆਂ ਵੇਖੋ, 84 ਲੱਖ ਜੂਨ ਹੈ, ਡਿਜ਼ਾਈਨਿੰਗ ਕੀਤੀ ਉਹਨੇ ਪੂਰੀ, ਕੋਈ ਗਲਤੀ ਨਹੀਂ ਹੈਗੀ। ਕਿਸੇ ਜੀਵ ਨੂੰ ਪੁੱਛੋ ਕਿ ਉਹ ਕਹਿੰਦਾ ਨਾ ਸੂਰ, ਕਹਿੰਦਾ ਜਦੋਂ ਮੈਂ ਸੂਰ ਬਣ ਜਾਊਂਗਾ ਤੇ ਮੈਨੂੰ ਏਦਾਂ ਕਰੀ, ਮੈਨੂੰ ਮਾਰ ਦੇਈਂ, ਉੱਥੋਂ ਖਰੀਦ ਕੇ ਮੈਨੂੰ ਮਾਰ ਦੇਈਂ। ਉਹ ਪੰਡਤ ਕਹਿੰਦਾ ਕੀ ਪਛਾਣ ਹੋਊਗੀ ਕਿ ਤੁਸੀਂ ਸੂਰ ਹੀ ਜਨਮ ਲਿਆ? ਕਹਿੰਦਾ ਮੇਰੇ ਮੱਥੇ ਤੇ ਤਿਲਕ ਲੱਗਾ ਹੋਊਗਾ। ਕਹਿੰਦਾ ਠੀਕ ਹੈ। ਕੁਝ ਸਮੇਂ ਬਾਅਦ ਉਹ ਪੰਡਤ ਮਰ ਗਿਆ। ਹੁਣ ਉਹਦਾ ਮੁੰਡਾ ਗਿਆ ਉਹ ਫਲਾਣੇ ਪਿੰਡ 'ਚ, ਉੱਥੇ ਜਾ ਕੇ ਵੇਖੇ ਤੇ ਸੂਰੀ ਨੇ ਕੋਈ ਸੂਰ ਬੱਚੇ ਦਿੱਤੇ, ਕਹਿੰਦੇ ਹਾਂ ਦਿੱਤੇ ਆ। ਵੇਖਿਆ ਤੇ ਉਹਦੇ ਵਿੱਚ ਇੱਕ ਸੂਰ ਸੀ ਜਿਹਦੇ ਮੱਥੇ ਤੇ ਤਿਲਕ ਲੱਗਾ ਸੀ। ਉਹ ਕਹਿੰਦੇ ਕਿ ਠੀਕ ਹੈ ਜੀ। ਉਹਨੂੰ ਚੱਕ ਲਿਆ, ਉਹਨੇ ਪੈਸੇ ਦੇ ਦਿੱਤੇ, ਜੰਗਲ 'ਚ ਲੈ ਗਿਆ, ਉੱਥੇ ਮਾਰਨ ਲੱਗਾ। ਤੇ ਉਹ ਪਿਓ ਦਾ ਕਹਿੰਦਾ ਵਿੱਚ ਆਵਾਜ਼ ਆਈ, ਕਹਿੰਦਾ ਪੁੱਤ ਨਾ ਮਾਰੀ। ਕਹਿੰਦਾ ਪਾਪਾ ਤੂੰ ਮੈਨੂੰ ਖੁਦ ਤੇ ਕਿਹਾ ਸੀ ਕਿ ਮੈਨੂੰ ਮਾਰ ਦੀ, ਮੈਨੂੰ ਸੂਰ ਦਾ ਜਨਮ ਪਸੰਦ ਨਹੀਂ ਆ। ਕਹਿੰਦਾ ਮੈਨੂੰ ਪੁੱਤ ਉਦੋਂ ਮੈਂ ਬਾਹਰ ਸਾਂ ਤੇ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਾ, ਪਰ ਮੈਂ ਹੁਣ ਨਾ ਸੂਰ ਜਦੋਂ ਬਣ ਗਿਆ ਨਾ ਤੇ ਇਹ ਮੈਨੂੰ ਜੋਨੀ ਬੜੀ ਵਧੀਆ ਲੱਗਣ ਡਿਆ ਵੀ। ਬਿਲਕੁਲ ਸਹੀ ਹੈ ਜੀ। ਇਸੇ ਤਰ੍ਹਾਂ ਤੁਸੀਂ ਕੀੜੀ ਨੂੰ ਮਾਰੋ ਜਾਂ ਕੱਛੂ ਕੁੰਮੇ ਨੂੰ ਮਾਰੋ, ਉਹ ਮਰਦੇ। ਉਹ ਕਹਿੰਦੇ ਅਸੀਂ ਚੰਗੇ ਭਲੇ ਆ, ਤੂੰ ਜਾ। ਤੁਸੀਂ ਕਹੋ ਕਿ ਮੱਖੀ ਨੂੰ ਤੈਨੂੰ ਮੈਂ ਮੁਕਤ ਕਰ ਦੇਵਾਂ, ਮੱਖੀ ਕਹਿੰਦੀ ਛੱਡ ਖੜਾ, ਮੈਨੂੰ ਨਾ ਮੁਕਤ ਕਰ, ਮੈਂ ਚੰਗੀ ਭਲੀ ਆ, ਤੂੰ ਆਪ ਮੁਕਤ ਹੋ ਜਾ। ਤੂੰ ਮੁਕਤ ਹੋ ਜਾ, ਤੇਰੀ ਜੇ ਜ਼ਿਆਦਾ ਜਾਣ ਔਖੀ ਆ, ਸਾਨੂੰ ਡਿਸਟਰਬ ਨਾ ਕਰ, ਇਹ ਜੋਨੀ ਸਾਨੂੰ ਬਹੁਤ ਚੰਗੀ ਲੱਗਣ ਦੀ ਹੈ। ਸੋ ਇਹ ਪ੍ਰਕਿਰਤੀ ਆ, ਉਹਨੇ ਉਹ ਚੀਜ਼ 'ਚ ਰਸ ਪਾਇਆ। ਵੇਖੋ ਉਹ ਵੀ ਮੋਹ ਦੇ 'ਚ ਫਸੇ ਨੇ। ਬਿਲਕੁਲ ਫਸੇ ਆ ਜੀ, ਬਿਲਕੁਲ ਫਸੇ ਆ ਬੱਚੇ। ਭਾਵੇਂ ਜੇ ਭੋਗੀ ਬੈਠੇ ਆ, ਭੋਗ ਰਹੇ ਆ, ਫਿਰ ਵੀ ਮੋਹ 'ਚ ਬੈਠੇ ਨੇ, ਉਹ ਆਨੰਦ 'ਚ ਬੈਠੇ ਨੇ। ਕਿਸੇ ਜਾਨਵਰ ਨੂੰ, ਕਿਸੇ ਮੱਝ ਗਾਂ ਨੂੰ ਪੁੱਛੋ ਕਿ ਤੈਨੂੰ ਡਿਪਰੈਸ਼ਨ ਹੁੰਦਾ, ਉਹ ਕਹਿੰਦੇ ਕਿਹੜਾ ਡਿਪਰੈਸ਼ਨ, ਅਸੀਂ ਤੇ ਚੰਗੇ ਭਲੇ ਆ। ਉਹਨਾਂ ਨੂੰ ਕਿਸੇ ਹੌਸਪੀਟਲ ਦੀ ਲੋੜ ਨਹੀਂ ਆ, ਇਕੱਲਾ ਇੱਕ ਇਨਸਾਨ ਨੂੰ ਹੌਸਪੀਟਲ ਦੀ ਲੋੜ ਪਈ। ਇਹ ਕਿਹੜਾ ਵੱਖਰਾ ਕੋਈ ਜਾਨਵਰ ਹੈ? ਅਸੀਂ ਵੀ ਜਾਨਵਰ ਆ, ਕਹਿੰਦੇ ਵਧੀਆ ਜਾਨਵਰ ਆ। ਤੇ ਐਂਜ਼ਾਈਟੀ ਡਿਪਰੈਸ਼ਨ ਜਿਹੜਾ ਹੈਗਾ, ਮੱਝ ਕਹਿੰਦੀ ਆ, ਉਹ ਬੰਦਿਆਂ ਨੂੰ ਹੁੰਦਾ। ਉਧਰ ਜਾ, ਉੱਥੇ ਮਿਲਣਗੇ ਤੈਨੂੰ ਪੇਸ਼ੈਂਟ। ਅੱਛਾ ਤੁਸੀਂ ਵੇਖੋ, ਕੋਈ ਚਿੜੀ, ਕੋਈ ਕਾਂ, ਇਹ ਪਾਗਲ ਹੁੰਦੇ ਵੇਖੇ ਕਿਤੇ? ਇਹਨਾਂ ਦਾ ਕੋਈ ਹੌਸਪੀਟਲ? 84 ਲੱਖ ਜੂਨ ਆ, ਉਹਨਾਂ ਦਾ ਕੋਈ ਹੌਸਪੀਟਲ ਨਹੀਂ ਹੈਗਾ। ਕੋਈ ਸਾਡੀ ਜਿਆਦੀ ਵੇਲਣੇ 'ਚ ਬਾਂਹ ਫਸੀ, ਇੰਨੇ ਹੌਸਪੀਟਲ, ਕੋਈ ਕੰਨਾਂ ਦਾ ਡਾਕਟਰ ਆ, ਕੋਈ ਅੱਖਾਂ ਦਾ, ਕੋਈ ਦੰਦਾਂ ਦਾ, ਕੋਈ ਸਕਿਨ ਦਾ, ਦੁਨੀਆ ਭਰ ਦਾ, ਕੋਈ ਲੀਵਰ ਦਾ, ਕੋਈ ਕਿਡਨੀ ਦਾ, ਕੋਈ ਦਿਲ ਦਾ। ਇਹ ਸਾਡੇ 'ਚ ਰੋਗ ਕਿੱਥੋਂ ਆ ਗਏ? ਆਪਾਂ ਜਿਹੜੇ ਹੈਗੇ, ਆਪਾਂ ਆਪ ਉਧਰੇ ਚੱਲਦੇ ਆ, ਆਪਾਂ ਸਿਸਟਮ 'ਚ ਨਹੀਂ ਚੱਲਦੇ। ਹੁਣ ਚਿੜੀ ਦੇਖੋ, 4 ਵਜੇ ਸਵੇਰੇ ਉੱਠ ਕੇ ਹੀ ਚਿੜੀ ਜਿਹੜੀ ਹੈ ਚੁੱਕਣ ਲੱਗ ਜਾਂਦੀ ਹੈ। ਖੁਸ਼ਹਾਲ, ਕਿੰਨੀ ਖੁਸ਼ ਹੁੰਦੀ ਹੈ। ਹਾਂ, ਪੂਰੇ ਉਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਨਾ। ਉਹਨਾਂ ਕੋਲ ਪੱਖਾ, ਦੱਸੋ ਕਿਸੇ ਕੋਲ ਪੱਖਾ ਹੈਗਾ? ਕਿਸੇ ਕੋਲ ਏਸੀ ਹੈਗਾ? ਕਿਸੇ ਕੋਲ ਪ੍ਰੋਪਰ ਵਾਟਰ ਹੈਗਾ ਜਿੱਥੇ ਉਹ ਬਾਤ ਕਰਨਾ, ਉਹਨਾਂ ਸ਼ਾਵਰ ਲੈਣਾ? ਉਹਨਾਂ ਕੋਈ ਸਟਾਕ ਹੈਗਾ ਜਿੱਥੇ ਖਾਣਾ ਪਿਆ? ਸਾਡੇ ਤੇ ਭੜੋਲੇ ਭਰੇ ਪਏ ਮੈਨੂੰ। ਸਭ ਕੁਛ ਹੈਗਾ। ਇੱਕ ਬੰਦੇ ਕੋਲ ਇੰਨੀ ਪ੍ਰਾਪਰਟੀ ਆ, ਉਹ ਸਾਰੇ ਸ਼ਹਿਰ ਨੂੰ ਖਵਾ ਸਕਦਾ ਹੈ। ਤੇ ਉਹਦੀ ਸ਼ਕਲ ਵੇਖੋ, ਉਹ ਇੰਨਾ ਦੁਖੀ ਹੈ, ਉਹਨੂੰ ਇੰਨੀ ਚਿੰਤਾ ਹੈ ਕਿ ਪਤਾ ਨਹੀਂ ਕੱਲ ਨੂੰ ਕੀ ਹੋਣਾ। ਇੰਨਾ ਧਨ ਉਹ ਕੋਲ ਹੈਗਾ। ਤੇ ਆਪ ਜਸਟ ਦੇਖੋ, ਇਹਨਾਂ ਵਿਚਾਰਿਆਂ ਨੂੰ ਤੇ ਪਤਾ ਹੀ ਕੁਛ ਨਹੀਂ ਹੈ। ਉਹ ਇਹ 'ਚ ਖੁਸ਼ ਸੰਤੁਸ਼ਟ ਬੈਠੇ ਨੇ, ਸਵੇਰੇ ਉੱਠਦੇ ਨੇ, ਤੁਰ ਪੈਂਦੇ ਨੇ। ਆਜ 'ਚ ਕੀ ਪ੍ਰਮਾਤਮਾ ਦਊਗਾ ਤੇ ਉਹਨਾਂ ਨੂੰ ਰਿਜ਼ਕ ਮਿਲ ਰਿਹਾ। ਕੋਈ ਵੇਖਿਆ ਕੋਈ ਕਾਂ, ਕੋਈ ਚਿੜੀ, ਕੋਈ ਕਬੂਤਰ ਭੁੱਖੇ ਮਰ ਗਏ ਹੋਣ, ਉਹਨਾਂ ਨੂੰ ਪਾਣੀ ਨਹੀਂ ਮਿਲਿਆ ਜਾਂ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ? ਉਹਨਾਂ ਨੂੰ ਸਭ ਕੁਛ ਮਿਲ ਰਿਹਾ। ਜਿਹੜਾ ਭੰਡਾਰੀ, ਉਹਦੀ ਪੂਰੀ ਜ਼ਿੰਮੇਵਾਰੀ ਹੈ। ਠੀਕ ਹੈ ਜੀ। ਇਸ ਕਰਕੇ ਸੰਸਾਰ ਹੈ ਜੀ। ਦੇਖੋ ਇਹ ਚੀਜ਼ ਨੂੰ ਥੋੜੀ ਕਥਾ ਕਿ ਆਊਟ ਆਫ ਹੋ ਜਾਂਦੀ ਹੈ। ਸਬਜੈਕਟ ਇਹੋ ਹੀ ਆ, ਕਿਉਂਕਿ ਤੁਹਾਡੇ ਮਨ 'ਚ ਇੱਕ ਵਿਸ਼ਵਾਸ ਵੱਧ ਜੇ ਕਿ ਇਹ ਸੰਸਾਰ ਜਿਹੜਾ ਹੈ ਇਹ ਪ੍ਰਮਾਤਮਾ ਹੀ ਚਲਾ ਰਿਹਾ। ਠੀਕ ਹੈ ਜੀ। ਹਾਂ, ਆਖਰੀ ਲਾਈਨ, ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋਈ ਨਹੀਂ। ਇਹ ਸਾਰਾ ਜੋ ਵੀ ਜਗਤ ਬਣਾਇਆ ਹੈ ਉਸ ਪ੍ਰਮਾਤਮਾ ਨੇ ਕੀਤਾ ਹੈ, ਔਰ ਖੁਦ ਉਹਦਾ ਡਿਜ਼ਾਈਨਰ ਹੈ, ਖੁਦ ਹੀ ਉਹਨੂੰ ਵੇਖ ਰਿਹਾ ਹੈ, ਖੁਦ ਹੀ ਉਹਨੂੰ ਬਣਾਉਣ ਵਾਲਾ ਹੈ, ਖੁਦ ਹੀ ਉਹਨੇ ਖੂਬਸੂਰਤੀ ਨਾਲ ਡੈਕੋਰੇਟ ਕੀਤਾ ਹੈ। ਇਹ ਜਿਹੜੇ ਰੰਗ ਰੁੰਗ ਤੁਸੀਂ ਦੇਖ ਰਹੇ ਜੋ ਨਾ, ਕਾਲੇ, ਪੀਲੇ, ਨੀਲੇ, ਹਰੇ, ਗੁਲਾਬੀ, ਇਹ ਸਾਰੇ ਪ੍ਰਕਿਰਤੀ 'ਚ ਹੈਗੇ ਨੇ। ਤੁਸੀਂ ਤਿਤਲੀਆਂ ਵੇਖੋ, ਉਹਨਾਂ ਦੇ ਰੰਗ ਦੇਖੋ। ਉਹ ਰੰਗ ਆਪਾਂ ਬਣਾ ਨਹੀਂ ਸਕਦੇ ਨਿੱਜਰ ਸਾਹਿਬ ਨਾ, ਉਹੀ ਬਣਾ ਸਕਦਾ ਹੈ। ਅਸੀਂ ਪਰਮਾਤਮਾ ਨੂੰ ਕਾਪੀ ਨਹੀਂ ਕਰ ਸਕਦੇ, ਉਹਦੀ ਕੋਈ ਵੀ ਚੀਜ਼ ਅਸੀਂ ਨਹੀਂ ਬਣਾ ਸਕਦੇ।
ਤੁਸੀਂ ਕੁਝ ਨਹੀਂ ਬਣਾ ਸਕਦੇ, ਪਰ ਉਹ ਬਣਾ ਦਿੰਦਾ। ਅਸੀਂ ਇੱਕ ਹੈਗੀ ਉਸ ਤੋਂ ਬਣਾ ਸਕਦੇ ਹਾਂ ਚੀਜ਼, ਪਰ ਉਹ ਬਿਨਾਂ ਚੀਜ਼ ਤੋਂ ਹੀ ਇੱਕ ਚੀਜ਼ ਤਿਆਰ ਕਰ ਦਿੰਦਾ। ਸਾਨੂੰ ਕੁਝ ਚਾਹੀਦਾ ਹੈ, ਉਸ ਤੋਂ ਹੀ ਬਣਾ ਸਕਦੇ ਹਾਂ, ਪਰ ਉਹਨੂੰ ਕੁਝ ਨਹੀਂ ਚਾਹੀਦਾ, ਉਹ ਹਵਾ 'ਚ ਹੀ ਬਣਾ ਦਿੰਦਾ। ਇਹ ਫਰਕ ਹੈ ਸਾਡੇ ਤੇ ਪ੍ਰਮਾਤਮਾ ਦੇ ਵਿੱਚ। ਇਹੋ ਚੀਜ਼ ਸਮਝਣ ਦੀ ਲੋੜ ਆ, ਕਿਉਂਕਿ ਉਹ ਖੁਦ ਕਰਤਾ ਹੈ। ਹਾਂਜੀ ਨੇਜਰ ਸਾਹਿਬ, ਅੱਗੇ ਬੋਲੀਏ। ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਧਿਆਹੀ। ਕਹਿੰਦੇ ਤੂੰ ਅਗਮ ਆ, ਤੂੰ ਗਮਿਆ ਨਹੀਂ ਜਾਂਦਾ। ਐਸਾ ਉਹਨੇ ਦੇਖੋ ਕਿੰਨੀ ਉਹਨੇ ਜਿਹੜੇ ਮਾਲਕ ਪੰਜਾਂ ਤੱਤਾਂ ਦੀ ਰਚਨਾ ਜਿਹੜੀ ਹੈ ਸਾਰੀ ਦਿਸਦੀ ਹੈ, ਔਰ ਆਪ ਜਿਹੜਾ ਹੈਗਾ ਇਹ ਰਚਨਾ ਦੇ ਵਿੱਚ ਹੁੰਦੇ ਹੋਏ ਵੀ ਆਪ ਗੁਪਤ ਹੈਗਾ ਮਾਲਕ ਪਰਮਾਤਮਾ। ਔਰ ਜਿਹੜਾ ਹੈਗਾ ਉਹਦੇ ਵਾਸਤੇ ਸਪੈਸ਼ਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਸਭ ਤੁਧ ਧਿਆਹੀ, ਜਿਹੜੇ ਵੀ ਮਾਲਕ ਨੂੰ ਜਿਹਨੇ ਮਿਲਣਾ ਹੈਗਾ ਉਹ ਕਹਿੰਦੇ ਧਿਆਨ ਦੇ ਦੁਆਰਾ ਹੀ ਮਿਲ ਸਕਦਾ ਭਾਈ। ਸਭ ਜੀ ਤੇਰੇ ਤੂੰ ਸਭਸਦਾ, ਤੂੰ ਸਭ ਛਡਾਈ। ਸਾਰੇ ਜੀ ਮਾਲਕ ਦੇ ਆ, ਮਾਲਕ ਸਾਰਿਆਂ ਦਾ ਹੈਗਾ ਭਾਈ। ਜਿਹਨੇ ਵੀ ਛੁੱਟਣਾ ਹੈਗਾ ਉਸ ਨੂੰ, ਸਾਰੇ ਨੂੰ, ਹਰੇਕ ਨੂੰ ਮਾਲਕ ਨਹੀਂ ਛਡਾਉਣਾ ਹੈਗਾ। ਔਰ ਜਿਹੜਾ ਵੀ ਤੇ ਉਹਨੂੰ ਧਿਆਨ ਕਰਦਾ ਹੈ, ਜਿਹੜਾ ਚਾਹੁੰਦਾ ਹੈ ਛੁੱਟਣ ਵਾਸਤੇ, ਮਾਲਕ ਮਿਹਰ ਕਰ ਦਿੰਦਾ ਉਸ ਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪ੍ਰਮਾਤਮਾ ਦੇ ਚਰਨਾਂ 'ਚ ਤੁਹਾਨੂੰ ਆਪਣੇ ਧਿਆਨ ਨੂੰ ਇਕਾਗਰ ਕਰਨਾ ਪਊਗਾ, ਤੇ ਫਿਰ ਉਹ ਦਿਆਲ ਹੋ ਜਾਂਦਾ ਹੈ। ਤੇ ਉਹ ਜਦੋਂ ਦਿਆਲ ਹੋ ਜਾਂਦਾ ਹੈ ਤੇ ਉਹ ਸਾਨੂੰ ਛੱਡ ਦਿੰਦਾ, ਮੁਕਤ ਕਰ ਦਿੰਦਾ। ਸਾਡੀ ਜਿਹੜੀ ਹਉਮੈ ਦੀ ਜਿਹੜੀ ਗੰਢ ਆ ਉਹਨੂੰ ਖੋਲ ਦਿੰਦਾ। ਉਹਨਾਂ ਚਿਰ ਖੁੱਲੇਗੀ ਨਹੀਂ ਜਦ ਤੱਕ ਤੁਸੀਂ ਨਿਰਗੁਣ ਬ੍ਰਹਮ ਦੀ ਭਗਤੀ ਨਹੀਂ ਕਰਦੇ। ਜਦ ਤੱਕ ਅਸੀਂ ਜਿੰਦਾ ਹਾਂ ਤਦ ਤੱਕ ਆਪਸ਼ਨ ਹੈਗਾ, ਚਾਂਸ ਆ। ਅਜੇ ਬੜਾ ਵੱਡੀ ਕ੍ਰਿਸ਼ਮਾ ਹੈ, ਆਪਾਂ ਜਿੰਦਾ ਹਾਂ। ਕੋਈ ਗਰੰਟੀ ਥੋੜੀ ਕਿ ਬੰਦਾ ਜਿੰਦਾ ਰਹਿ ਸਕਦਾ, ਪਰ ਆਪਾਂ ਜਿੰਦਾ ਹਾਂ ਤੇ ਬਹੁਤ ਜ਼ਬਰਦਸਤ ਚੀਜ਼ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਹਮ ਆਦਮੀ ਹਾਂ ਇੱਕ ਆਦਮੀ, ਕਿਉਂਕਿ ਮੈਂ ਜਿੰਦਾ ਵਾਂ। ਬਿਲਕੁਲ, ਮੈਂ ਕੁਛ ਵੀ ਕਰ ਸਕਦਾ ਹੁਣ। ਹਜੇ ਵੀ ਮੈਂ ਉਹ ਜਿਹੜਾ ਦੇਖੋ, ਤੁਸੀਂ ਘੁਮਿਆਰ ਦੇ ਕੋਲ ਜਾਓ, ਉਹ ਕੱਚੀ ਮਿੱਟੀ ਹੈਗੀ ਆ, ਉਹ ਅਜੇ ਪੱਕੀ ਨਹੀਂ ਹੈ, ਅਜੇ ਤੰਦੂਰ 'ਚ ਨਹੀਂ ਪਈ। ਜਦੋਂ ਅਸੀਂ ਮਰ ਗਏ ਤੇ ਫਿਰ ਤੇ ਤੰਦੂਰ 'ਚ ਪਾਤੀ, ਫਿਰ ਤੇ ਪੱਕ ਗਈ। ਅਜੇ ਵੀ ਸਾਡੇ ਕੋਲ ਆਪਸ਼ਨ ਹੈਗਾ। ਤੁਸੀਂ ਸਵੇਰੇ ਉੱਠਦੇ ਜੋ ਤੇ ਤੁਸੀਂ ਉਹਦਾ ਡਿਜ਼ਾਈਨ ਆਪਣੀ ਮਰਜ਼ੀ ਨਾਲ ਬਣਾ ਸਕਦੇ ਜੋ, ਔਰ ਉਹ ਡਿਜ਼ਾਈਨ ਬਣਾ ਕੇ ਲੈ ਜਾਓਗੇ ਸ਼ਾਮ ਤੱਕ ਤੇ ਪ੍ਰਮਾਤਮਾ ਕਬੂਲ ਕਰ ਲੈਂਦਾ। ਤੇ ਜਦੋਂ ਤੁਸੀਂ ਉਹ ਡਿਜ਼ਾਈਨ ਵਧੀਆ ਨਹੀਂ ਬਣਾਇਆ ਤੇ ਫਿਰ ਉਹ ਧਰਮਰਾਜ ਕੋਲ ਚਲ ਜਾਂਦਾ। ਹਰ ਦਿਨ ਦਾ ਤੁਹਾਡੇ ਕੋਲ ਟਾਸਕ ਹੁੰਦੀ ਹੈ, ਤੁਸੀਂ ਸਵੇਰ ਤੋਂ ਸ਼ਾਮ ਤੱਕ ਜੋ ਮਰਜ਼ੀ ਬਣਾ ਲਓ। ਚੰਗੀ ਚੀਜ਼ ਬਣਾ ਲਓਗੇ, ਨੀਅਤ ਸਾਫ਼ ਰੱਖ ਕੇ ਬਣਾ ਲਓਗੇ, ਉਹ ਪ੍ਰਮਾਤਮਾ ਦੇ ਦਰ ਤੇ ਸਵੀਕਾਰ ਹੋ ਜਾਂਦਾ ਹੈ। ਤੇ ਜਿਹੜਾ ਤੁਸੀਂ ਗਲਤ ਬਣਾਇਆ, ਜਿਹੜਾ ਤੁਸੀਂ ਇਨਸਾਫ ਨਹੀਂ ਕਰ ਰਹੇ, ਧਰਮ ਨਹੀਂ ਹੈਗਾ ਉੱਥੇ, ਸੱਚ ਨਹੀਂ ਹੈਗਾ, ਤੇ ਉਹ ਫਿਰ ਧਰਮਰਾਜ ਕੋਲ ਚਲ ਜਾਂਦਾ। ਖਾਤੇ ਦੋਨੋਂ ਚੱਲਣ ਦੇ ਆ। ਬਿਲਕੁਲ, ਦੋਨੋਂ ਚੱਲਣ ਦੇ। ਆਪਣੀ ਉੱਥੇ ਬਈ ਖੁੱਲੀ ਹੋਈ ਆ ਭਾਈ, ਉਹਦੇ ਵਿੱਚ ਸਾਰਾ ਜਮਾ ਹੋ ਰਿਹਾ ਭਾਈ। ਤੁਸੀਂ ਵੇਖ ਲਓ, ਤੁਸੀਂ ਅੱਜ ਸ਼ਾਮ ਤੱਕ ਵੇਖੋ, ਜਿੱਤੇ ਕਿ ਹਾਰੇ ਤੁਹਾਡੀ ਮਰਜ਼ੀ ਹੈ। ਜਿੱਤ ਗਏ, ਪਰ ਜਿੱਤਣਾ ਔਖਾ ਹੈ। ਬਾਣੀ ਤੇ ਕਹਿੰਦੀ ਆਖਣਾ ਔਖਾ ਸੱਚਾ ਨਾ ਬਹੁਤ ਔਖਾ ਹੈ, ਜਿੱਤਣਾ ਔਖਾ ਹੈ। ਤੁਸੀਂ ਵੇਖੋ, ਮਾੜਾ ਜਿਹਾ ਭਲਵਾਨੀ ਦਾ ਮੈਚ ਹੋਵੇ, ਉਹ ਕਿੰਨਾ ਜਿੱਤਣਾ ਔਖਾ ਹੈ। ਇੱਥੇ ਪੰਜਾਂ ਜਿਹੜੇ ਜ਼ਾਲਮ, ਜਿਹੜੇ ਸਾਡੇ ਅੰਦਰ ਸੂਖਮ ਤੱਤ ਨੇ, ਉਗਣ ਨੇ, ਉਹਨਾਂ ਦੇ ਸਾਹਮਣੇ ਜਿੱਤਣਾ ਕੋਈ ਮਜ਼ਾਕ ਹੈ? ਉਹਦੇ ਲਈ ਤੇ ਬਾਣੀ ਤੇ ਕਹਿੰਦੀ ਆ, ਸੂਰੇ ਚਾਹੀਦੇ ਆ ਯੋਧੇ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਕੱਟ ਮਰੇ ਕਬੂ ਨਾ ਛੋੜੇ ਖੇਤ। ਉਹ ਦੀਨ ਦੇ ਲਈ, ਧਰਮ ਦੇ ਲਈ ਲੜਦੇ ਆ, ਧਰਮ ਦੇ ਮਤਲਬ ਸੱਚ ਲਈ। ਬਿਲਕੁਲ। ਕਦ ਤੱਕ ਲੜਦੇ ਆ? ਪੁਰਜਾ ਕੱਟ ਮਰੇ, ਮਰਨ ਤੱਕ ਲੜਦੇ ਆ, ਆਖਰ ਤੱਕ ਜ਼ਿੰਦਗੀ 'ਚ ਹਾਰਦੇ ਨਹੀਂ ਆ। ਐ ਨਹੀਂ ਕਿ ਮੇਰੇ ਵਾਂਗੂ 2 ਚਪੇੜਾਂ ਪਈਆਂ ਤੇ ਮੈਦਾਨ ਛੱਡਤਾ ਤੇ ਆਪਣੀ ਸਟੇਟਮੈਂਟ ਹੀ ਚੇਂਜ ਕਰਤੀ, ਝੂਠ ਬੋਲ ਦਿੱਤਾ। ਉਹ ਕਹਿੰਦੇ ਮਰ ਜਾਂਦੇ ਆ, ਪਿੱਛੇ ਨਹੀਂ ਹੁੰਦੇ। ਸੱਚ ਦੇ ਨਾਲ ਹੀ ਜੀਵਨ ਬਤੀਤ ਕਰਦੇ ਆ। ਔਰ ਪ੍ਰਮਾਤਮਾ ਦੇ ਗੜੀ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਵੀ ਉਹ ਸੱਚ ਦੇ, ਕਿ ਅਸੀਂ ਸੱਚ ਦੇ ਨਾਲ ਹੀ ਜੀਵਨ ਬਤੀਤ ਕਰੀਏ, ਔਰ ਸੱਚ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਇਸ ਸੰਸਾਰ ਤੋਂ ਚਲੇ ਜਾਈਏ। ਸਾਨੂੰ ਕੋਈ ਮਹਿਲ ਮਾੜੇ ਨਹੀਂ ਚਾਹੀਦੀਆਂ, ਸਾਨੂੰ ਬਿਲਕੁਲ ਸਿੰਪਲ ਜੀਵਨ ਚਾਹੀਦਾ ਹੈ, ਔਰ ਉਹ ਚਾਹੀਦਾ ਹੈ ਜੋ ਸਾਡੇ ਲਈ ਸਹੀ ਹੈ। ਤੇ ਉਹ ਜਦੋਂ ਉਹ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ, ਅਸੀਂ ਆਪਣੇ ਜੀਵਨ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਇਕਾਗਰ ਕਰਕੇ ਬਤੀਤ ਕਰਦੇ ਹਾਂ, ਤੇ ਆਪਣੇ ਆਪ ਹੀ ਸਾਡਾ ਜਿਹੜਾ ਜੀਵਨ ਆ ਉਹ ਪਵਿੱਤਰ ਹੋ ਜਾਂਦਾ ਹੈ। ਤੇ ਇਸ ਗੇਮ ਚੋਂ ਅਸੀਂ ਬਾਹਰ ਆ ਜਾਂਦੇ ਹਾਂ। ਤੇ ਜੇ ਆਪਾਂ ਪਦਾਰਥੀ ਮੰਗੀ ਜਾਂਦੇ ਹਾਂ, ਅਜੇ ਆਲਰੇਡੀ ਸਾਡੇ ਕੋਲ ਹੈਗੇ, ਹੋਰ ਕਹੀਦਾ ਹੋਰ ਮਿਲ ਜਾਣ,
ਉਹ ਤੇ ਫਿਰ ਲੋਭ ਹੀ ਹੈ ਨਾ। ਬਿਲਕੁਲ ਉਹ ਤੇ ਫਿਰ ਤੁਸੀਂ ਕੁਝ ਮੰਗ ਲਿਆ, ਉਹ ਤੁਹਾਡੇ ਤੇ ਪਰਮਾਤਮਾ ਦੇ ਵਿੱਚ ਆ ਜਾਣਾ। ਪੰਗਾ ਇਹ ਆ, ਹੁਣ ਤੁਸੀਂ ਮੇਰੇ ਤੋਂ ਕੋਈ ਚੀਜ਼ ਮੰਗੀ, ਮੈਂ ਦੇਤੀ, ਤੁਸੀਂ ਖੁਸ਼ ਹੋ ਗਏ। ਹੁਣ ਇੱਕ ਦਿਨ ਫਿਰ ਤੁਸੀਂ ਮੇਰੇ ਕੋਲ ਆਏ ਕੋਈ ਚੀਜ਼ ਮੰਗਣ, ਮੈਂ ਨਹੀਂ ਦਿੱਤੀ, ਫਿਰ ਤੁਸੀਂ ਨਾਰਾਜ਼ ਹੋ ਜਾਣਾ, ਕਿਉਂਕਿ ਤੁਹਾਡਾ ਮੇਰਾ ਸੰਬੰਧ ਆ ਉਹ ਕੇਵਲ ਸਵਾਰਥ ਦਾ ਹੈ, ਲੋੜਾਂ ਦਾ ਹੈ। ਉਹ ਕਹਿੰਦੇ परमात्मा को कुछ मंगन ना जाओ और कोई चीज मंगो और को ना मंगो। अब शुरू च मंगया अगले ने डिमांड की, नजर साहब पीछे जाओ, बिल्कुल डिमांड की है, बिल्कुल हाँ उन्होंने मंगया ना, बिल्कुल मंगया जी। हाँ ते जो मंगदे आ ते वो कहंदे सानू ते भई साडा जीवन सही करो, सानू नीयत साडी शुद्ध कर दो ते असीं ਉਹ ਕੰਮ ਕਰੀਏ ਜੋ ਤੈਨੂੰ ਚੰਗਾ ਲੱਗਦਾ। मतलब साडा जीवन का मकसद ये होवे धर्म, धर्म ते चलना, धर्म च ही रहना। ते फिर मुख उजले हो जाते हैं, फिर परमात्मा नूं मंजूर हो जाते हैं। उत्थे ते फिर कोई किंतु परंतु का कोई विषय नहीं है। सो अज दी विचार निचर साहब, हाँ ठीक है जी, बिल्कुल सही है। हाँ एक अरदास है मनजीत कौर दी, किसी ने करवानी होर अरदास? नहीं होर तां नहीं हैगी। ठीक है जी। एक ओंकार सतनाम करता पुरख निर्भव निर्वैर अकाल मूरत अजूनी सहभंग गुर प्रसाद। ये मेरे पिता गरीब नवाज बाणी पढ़दियां, विचार करदियां, बाणी सरवण करदियां अनेकां प्रकार दीयां भुलां अते गलतियां हो गईयां। निदान बच्चे समझ के माफ करो, अगे तो शुद्ध ते स्पष्ट बाणी पढ़न दी आग्या बख्शनी। मेरे पिता आईयां संगतां दी हाजरी अपने दर ते प्रवान करनी, दे निरुक्ता बख्शनी, घर विच सुख शांति बख्शनी, मत बख्शनी। मेरे पिता जी एक अरदास आई है, एक माता अपनी अरदास करा रहे ने, एक ते कह रहे ने कि शरीर च कष्ट है, आप उस दर्द तो इन्हां नूं मुक्ति दो, अपना नामदान बख्शो, जे कोई रुकावट है उसनूं दूर करो मेरे मालिक। वाहिगुरू जी का खालसा, वाहिगुरू जी की फतेह। वाहिगुरू 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 वाहिगुरू। साध संगत जी तुसीं चुप हो जाओ। वाहिगुरू 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 वाहिगुरू। वाहिगुरू जी का खालसा, वाहिगुरू जी की फतेह।